ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਉ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਢੇਸੀ ਜੋਤ ਬਿਪਰ ਸੰਗ ਜਾਤੀ। ਗੁਰ ਕੀ ਸ਼ਰਨ ਜਾਨ ਸੁਖ ਦਾਤੀ। ਆਏ ਚੱਲ ਸ਼੍ਰੀ ਅਰਜਨ ਪਾਸ। ਨਮੋ ਕੀਲ ਠਾਨੀ ਅਰਦਾਸ। ਢੇਸੀ ਜੋਤ ਬਿਪਰ ਸੰਗ ਜਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਆਂ ਕੀ ਆਤਮਕ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਸ਼ਹੀਦਾਂ ਦੇ ਸਰਤਾਜ ਪ੍ਰਤੱਖ ਹਰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਲਾਹੌਰ ਦੇ ਰਹਿਣ ਵਾਲੇ ਗੰਜਪੁਰ ਦਾ ਇਲਾਕਾ ਏ, ਉੱਥੋਂ ਦੇ ਰਹਿਣ ਵਾਲੇ ਮਸੰਦ ਸਿੱਖ ਭਾਈ ਮੋਹਨ ਜੀ, ਭਾਈ ਆਲਮ ਚੰਦ, ਭਾਈ ਜੋਧਾ ਅਤੇ ਭਾਈ ਜੱਲੋ, ਇਹ ਚਾਰੇ ਜਿਹੜੇ ਮਸੰਦ ਸਨ ਲਾਹੌਰ ਤੋਂ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਸਰ ਦੇ ਰਸਤੇ ਪਏ ਨੇ। ਰੱਥ 'ਤੇ ਸਵਾਰ ਸਨ। ਰਸਤੇ ਵਿੱਚ ਆਉਂਦਿਆਂ ਇਹਨਾਂ ਦੇ ਰੱਥ ਦੇ ਅੱਗੇ ਇੱਕ ਬਹੁਤ ਵੱਡਾ ਸੱਪ ਜਿਹੜਾ ਸੀ ਉਹ ਆਣ ਖਲੋਤਾ। ਉਸ ਨੇ ਆਪਣਾ ਫਣ ਚੁੱਕਿਆ। ਇਹਨਾਂ ਨੇ ਆਪਣਾ ਜਿਹੜਾ ਰੱਥ ਦਾ ਰਸਤਾ ਸੀ ਉਹ ਬਦਲ ਲਿਆ, ਪਰ ਉਹ ਜਿਹੜਾ ਸੱਪ ਸੀ ਫਿਰ ਉਸੇ ਰਸਤੇ ਆ ਗਿਆ। ਭਾਈ ਮੋਹਨ ਰੱਥ ਤੋਂ ਹੇਠਾਂ ਉਤਰੇ ਨੇ। ਇਹਨਾਂ ਨੇ ਇੱਕ ਘੜਾ ਲਿਆ, ਉਹਦੇ ਅੱਗੇ ਰੱਖ ਕੇ ਕਿਹਾ ਕਿ ਅਸੀਂ ਚੱਲੇ ਹਾਂ ਅੰਮ੍ਰਿਤਸਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ, ਅਤੇ ਜੇ ਤੂੰ ਵੀ ਸਾਡੇ ਨਾਲ ਦਰਸ਼ਨ ਕਰਨ ਜਾਣਾ ਹੈ ਤਾਂ ਇਸ ਘੜੇ ਦੇ ਵਿੱਚ ਆ ਜਾ। ਇੰਨੀ ਗੱਲ ਕਹਿਣ ਤੋਂ ਬਾਅਦ ਉਹ ਜਿਹੜਾ ਸੱਪ ਸੀ ਘੜੇ ਦੇ ਵਿੱਚ ਉਸਨੇ ਪ੍ਰਵੇਸ਼ ਕੀਤਾ ਅਤੇ ਭਾਈ ਮੋਹਨ ਜੀ ਨੇ ਉਹ ਘੜੇ ਦਾ ਮੂੰਹ ਜਿਹੜਾ ਸੀ ਉਹ ਬੰਦ ਕੀਤਾ ਅਤੇ ਉਹ ਘੜਾ ਰੱਥ ਦੇ ਉੱਤੇ ਰੱਖਿਆ ਅਤੇ ਅੰਮ੍ਰਿਤਸਰ ਪਹੁੰਚ ਗਏ ਹਨ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ ਇਹਨਾਂ ਚਾਰਾਂ ਨੇ। ਅਤੇ ਗੁਰੂ ਸਾਹਿਬ ਜੀ ਪੁੱਛਦੇ ਨੇ ਕਿੰਨੇ ਆਏ ਹੋ? ਕਹਿਣ ਲੱਗੇ ਮਹਾਰਾਜ 4। ਅਤੇ ਸਤਿਗੁਰੂ ਕਹਿੰਦੇ ਸਿੱਖਾਂ ਨੂੰ ਕਿ 5 ਆਏ ਨੇ ਅਤੇ 5 ਦਾ ਪ੍ਰਸ਼ਾਦ ਦਿਓ। ਗੁਰਦੇਵ ਕਹਿੰਦੇ ਜਿਹਨੂੰ ਰੱਥ 'ਤੇ ਬਿਠਾ ਕੇ ਆਏ ਹੋ ਨਾ, ਉਹ 5ਵੇਂ ਨੂੰ ਨਾਲ ਕਿਉਂ ਨਹੀਂ ਲਿਆਂਦਾ? ਉਹ ਵੀ ਸਿੱਖ ਸੀ, ਪਰ ਉਹ ਮਸੰਦ ਸਿੱਖ ਸੀ, ਪਿਛਲੇ ਜਨਮ ਦਾ ਵੱਡਾ ਮਸੰਦ ਸੀ।
ਹਿਰਦਾ ਉਸ ਦਾ ਹੰਕਾਰ ਦੇ ਵਿੱਚ ਭਰਿਆ ਰਿਹਾ, ਕਦੇ ਸਿੱਖਾਂ ਅੱਗੇ ਨਹੀਂ ਸੀ ਝੁਕਿਆ, ਕਦੇ ਸੰਗਤ ਅੱਗੇ ਉਹਦਾ ਸਿਰ ਨਹੀਂ ਸੀ ਝੁਕਿਆ। ਇਸ ਕਰਕੇ ਉਹਦੀ ਆ ਹਾਲਤ ਹੋਈ ਹੈ ਕਿ ਹੁਣ ਵੀ ਆਪਣਾ ਫਣ ਚੁੱਕ ਕੇ ਹੀ ਰੱਖਦਾ ਹੈ। ਪੂਰਬਲੇ ਜਨਮ ਦੇ ਵਿੱਚ ਉਹ ਮਸੰਦ ਸੀ, ਗੁਰੂ ਘਰ ਦੀ ਬਹੁਤੀ ਕਾਰ ਭੇਟਾ ਜਿਹੜੀ ਉਹਨੇ ਚੁਰਾ ਕੇ ਆਪਣੇ ਘਰ ਰੱਖੀ। ਤੇ ਆਪਾਂ ਇਹ ਬਚਨ ਪਾਵਨ ਬਾਣੀ ਅੰਦਰ ਵੀ ਪੜ੍ਹਦੇ ਹਾਂ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਭਗਤ ਜੀ ਕਹਿੰਦੇ ਨੇ ਅੰਤਲੇ ਸਮੇਂ ਜਦੋਂ ਸੁਰਤ ਮਾਇਆ ਦੇ ਵਿੱਚ ਰਹਿ ਜਾਵੇ ਤੇ ਅਗਲਾ ਜਿਹੜਾ ਜਨਮ ਹੈ ਉਹ ਸੱਪ ਦਾ ਲੈ ਕੇ ਆਉਂਦਾ ਹੈ, ਕਿਉਂਕਿ ਸੱਪ ਦੇ ਉੱਤੇ ਉਸ ਦਾ ਨਿਵਾਸ ਹੁੰਦਾ ਹੈ, ਲక్ష్ਮੀ ਦੇ ਉੱਤੇ ਮਾਇਆ ਦੇ ਉੱਤੇ ਉਹ ਆਪਣਾ ਨਿਵਾਸ ਰੱਖਦਾ ਹੈ। ਇਸ ਕਰਕੇ ਗੁਰੂ ਘਰ ਦੀ ਚੁਰਾਈ ਹੋਈ ਭੇਟਾ ਘਰੇ ਰੱਖੀ ਹੈ ਤੇ ਉਹਦੇ ਫਲ ਸਦਕਾ ਇਹਨੇ ਸੱਪ ਦੀ ਜੂਨ ਪਾਈ। ਸੰਸਕਾਰ ਉਹੀ ਨੇ। ਉਦੋਂ ਵੀ ਸਿੱਖਾਂ ਅੱਗੇ ਆਪਣਾ ਸਿਰ ਚੁੱਕ ਕੇ ਰੱਖਦਾ ਸੀ, ਕਦੇ ਨਿਮਰਤਾ ਦੇ ਨਾਲ ਆਪਣਾ ਸਿਰ ਨਹੀਂ ਸੀ ਝੁਕਾਇਆ। ਅੱਜ ਵੀ ਕਈ ਦੇਖਣ ਨੂੰ ਮਿਲ ਜਾਂਦੇ ਨੇ, ਪਤਾ ਨਹੀਂ ਕਿਹੜਾ ਹੰਕਾਰ ਸਿਰ ਤੇ ਚੁੱਕੀ ਫਿਰਦੇ ਨੇ, ਨਾ ਸਿੱਖਾਂ ਅੱਗੇ ਝੁਕਣਾ, ਨਾ ਸੰਗਤ ਅੱਗੇ ਸਿਰ ਨਿਵਾਉਣਾ, ਬਸ ਆਪਣੇ ਅੰਦਰ ਹਉਮੈ ਨੂੰ ਰੱਖਣਾ ਕਾਇਮ ਕਿ ਅਸੀਂ ਪਤਾ ਨਹੀਂ ਕੌਣ ਆ ਤੇ ਕਿਹੜੇ ਅਸਮਾਨ ਤੋਂ ਉਤਰੇ ਹਾਂ। ਪਰ ਐਸੀ ਹਾਲਤ ਹੁੰਦੀ ਹੈ, ਗੁਰਦੇਵ ਕਹਿੰਦੇ ਹਨ, ਰਿਦਾ ਹੰਕਾਰ ਵਿਖੇ ਮੈਂ ਰਹਿ ਭਾਗੇ। ਜਿਹਦਾ ਹੰਕਾਰ ਦੇ ਨਾਲ ਹਿਰਦਾ ਭਰਿਆ ਰਹਿੰਦਾ ਹੈ, ਨਹੀਂ ਨਿਮਿਓ ਸਿੱਖਣ ਆਗੇ। ਜਿਹਦਾ ਸਿਰ ਕਦੇ ਸਿੱਖਾਂ ਅੱਗੇ ਨਹੀਂ ਝੁਕਦਾ, ਜਾਂ ਤੇ ਫਣ ਉੱਚੋ ਗੱਤ ਪਾਈ। ਇਸ ਕਰਕੇ ਨੇ ਹੁਣ ਆਪਣਾ ਫਣ ਚੁੱਕਣ ਵਾਲੀ ਹਾਲਤ ਪਾਈ ਹੈ। ਅਰ ਇਨ ਗੁਰ ਕੀ ਕਾਰ ਛਪਾਈ। ਫਿਰ ਗੁਰੂ ਘਰ ਦੀ ਕਾਰ ਭੇਟਾ ਵੀ ਜਿਹੜੀ ਲੁਕਾ ਕੇ ਰੱਖਦਾ ਰਿਹਾ। ਜਿਸ ਤਰ੍ਹਾਂ ਕਈ ਵਾਰੀ ਸਿੱਖ ਦੇਖਦੇ ਨੇ, ਦੇਖ ਕੇ ਮਨ ਉਦਾਸ ਵੀ ਹੁੰਦਾ ਹੈ ਕਿ ਸੰਗਤ ਦੀ ਕਾਰ ਭੇਟਾ ਹੈ ਤੇ ਇਹ ਲੋੜਵੰਦਾਂ ਦੇ ਉੱਤੇ ਇਹਦੀ ਵਰਤੋਂ ਹੋਣੀ ਚਾਹੀਦੀ। ਪਰ ਜਦ ਕੋਈ ਨਿੱਜੀ ਸਵਾਰਥਾਂ ਵਿੱਚ ਵਰਤਦਾ ਹੈ ਤੇ ਸੰਗਤਾਂ ਦੇ ਚਿੱਤ ਉਦਾਸ ਹੁੰਦੇ ਨੇ, ਕਿਉਂਕਿ ਕੋਈ ਕਿਸੇ ਤਰ੍ਹਾਂ ਦੀ ਕਿਰਤ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ, ਤੇ ਫਿਰ ਉਹ ਦਸਵੰਧ ਜਿਹੜਾ ਹੈ ਉਹ ਗੁਰੂ ਨਿਮਿਤ ਲਿਆ ਕੇ ਹਾਜ਼ਰ ਕਰਦਾ ਹੈ। ਤੇ ਜਦੋਂ ਸਿੱਖਾਂ ਦੀ ਮਾਇਆ ਗਲਤ ਪਾਸੇ ਜਾਵੇ ਤੇ ਚਿੱਤ ਤਾਂ ਉਦਾਸ ਆਪੇ ਹੀ ਹੋਣੇ ਨੇ। ਪਰ ਮਹਾਰਾਜ ਕਹਿੰਦੇ ਨੇ ਉਹਦੇ ਫਲ ਸਦਕਾ ਅਰ ਇਨ ਗੁਰ ਕੀ ਕਾਰ ਛਪਾਈ, ਜਾਂ ਤੇ ਬਣਿਓ ਸਰਪ ਬਿਖ ਭੂਰ। ਹੁਣ ਮਹਾਰਾਜ ਕਹਿੰਦੇ ਵੱਡਾ ਜ਼ਹਿਰੀਲਾ ਸੱਪ ਬਣਿਆ ਹੈ, ਅਬ ਲਿਆਵੋ ਹਮਰੇ ਸੋ ਹਜੂਰ। ਪਰ ਫਿਰ ਵੀ ਗੁਰਦੇਵ ਕਿਰਪਾਲੂ ਨੇ ਨਾ, ਕਿਉਂਕਿ ਦਾਤਾ ਹੈ ਹੀ ਨਿਵਾਜਣ ਵਾਲਾ, ਪਤਤਾਂ ਦਾ ਵੀ ਉਧਾਰ ਕਰਨ ਵਾਲਾ। ਪਾਤਸ਼ਾਹ ਕਹਿੰਦੇ ਹੁਣ ਉਹਨੂੰ ਸਾਡੇ ਹਜ਼ੂਰੀ ਲਿਆਵੋ। ਸੁਣ ਗੁਰ ਬਾਕ ਉਠਾਏ ਸੋ ਲਿਆਏ। ਗੁਰੂ ਸਾਹਿਬ ਦਾ ਬਚਨ ਸੁਣ ਕੇ ਭਾਈ ਮੋਹਨ ਜੀ ਗਏ ਨੇ, ਉਹ ਰੱਥ ਵਿੱਚ ਉਹਨੂੰ ਰੱਖਿਆ ਸੀ, ਕੜੇ ਵਿੱਚ ਪਾ ਕੇ ਤੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਿਆਂਦਾ ਹੈ। ਤਰ ਦੀਵਾਨ ਮੈਂ ਮੁਖ ਉਗਰਾਏ। ਦੀਵਾਨ ਵਿੱਚ ਉਹ ਕੜਾ ਰੱਖਿਆ, ਉਹ ਕੜੇ ਦਾ ਮੂੰਹ ਖੋਲ੍ਹਿਆ, ਫਣ ਉਠਾਏ ਕਰ ਨਿਕਸਿਓ ਬਾਹਰ। ਫਿਰ ਉਹਨੇ ਆਪਣਾ ਫਣ ਚੁੱਕਿਆ ਤੇ ਬਾਹਰ ਨਿਕਲਿਆ। ਖਰੋ ਸਬਨ ਮੈਂ ਹੇਰਿਓ ਜਾਹਰ। ਸਾਰੀ ਸੰਗਤ ਨੇ ਚੰਗੀ ਤਰ੍ਹਾਂ ਉਹਨੂੰ ਦੇਖਿਆ। ਗੁਰੂ ਕਹਿਓ ਸਰ ਅੰਮ੍ਰਿਤ ਸਰ ਅੰਮ੍ਰਿਤ ਆਨੂ। ਮਹਾਰਾਜ ਕਹਿੰਦੇ ਜਾਓ ਸਿੱਖੋ, ਹੁਣ ਪਾਵਨ ਅੰਮ੍ਰਿਤ ਸਰੋਵਰ ਦਾ ਜਲ ਲਿਆਵੋ। ਸਭ ਤਨ ਪਰ ਸ਼ਿਰਕਾਵਨ ਠਾਨੂ। ਉਹ ਜਲ ਲਿਆ ਕੇ ਦੇ ਸਰੀਰ ਦੇ ਉੱਤੇ ਪਾਓ ਤੇ ਤਤਸ਼ਨ ਇਹ ਤਨ ਤਿਆਗ ਦਿਓ ਹੈ। ਉਸੇ ਤਰ੍ਹਾਂ ਕੀਤਾ, ਜੋ ਉਦੋਂ ਅੰਮ੍ਰਿਤ ਸਰੋਵਰ ਦਾ ਜਲ ਲਿਆ ਕੇ ਦੇ ਸਰੀਰ ਤੇ ਪਾਇਆ, ਇਹਨੇ ਸੱਪ ਦਾ ਜਿਹੜਾ ਸਰੀਰ ਸੀ ਛੱਡ ਦਿੱਤਾ, ਪ੍ਰਕਾਸ਼ ਸਰੂਪ ਜਿਹੜਾ ਸੀ ਇਹਦਾ ਚਲਾ ਗਿਆ। ਭਾਈ ਸੰਤੋਖ ਸਿੰਘ ਲਿਖਦੇ ਨੇ, ਸ਼੍ਰੀ ਅੰਮ੍ਰਿਤਸਰ ਦਰਸ਼ਨ ਕਰੇ ਅਨਕ ਅਗਨ ਕੋ ਸੋ ਨਰ ਹਰੇ। ਜਿਹੜਾ ਭਾਵਨਾ ਦੇ ਨਾਲ ਅੰਮ੍ਰਿਤਸਰ ਦੇ ਦਰਸ਼ਨ ਕਰਦਾ ਹੈ, ਉਹਦੇ ਪਾਪ ਜਿਹੜੇ ਨੇ ਉਹ ਨਾਸ਼ ਹੁੰਦੇ ਨੇ। ਜੇ ਸ਼ਰਧਾ ਸੰਗ ਕਰੇ ਇਸ਼ਨਾਨ, ਤਿਨ ਕੋ ਕਿਉਂ ਨਾ ਹੋਏ ਕਲਿਆਣ। ਤੇ ਜਿਹੜਾ ਸ਼ਰਧਾ ਨਾਲ ਇੱਥੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰੇਗਾ, ਉਹਦੇ ਕਿਉਂ ਨਾ ਪਾਪ ਨਾਸ਼ ਹੋਣਗੇ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕਾਂ ਦੀ ਇਸ ਅੰਮ੍ਰਿਤਮਈ ਕਥਾ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਇਸ ਅੰਮ੍ਰਿਤ ਨੂੰ ਪੀਣ ਦਾ ਯਤਨ ਕਰੀਏ। ਸਾਰੀ ਸੰਗਤ ਦਿਓ ਅਸੀਸ, ਕਰੋ ਕਿਰਪਾ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਢੇਸੀ ਜੋਤ ਬਿਪਰ ਸੰਗ ਜਾਤੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰੀ ਦਰਸ਼ਨ ਕਰਨ ਵਾਸਤੇ ਇਹ ਸਿੱਖ ਚੱਲ ਕੇ ਆਏ ਨੇ, ਜਿਨ੍ਹਾਂ ਦਾ ਨਾਮ ਕਵੀ ਜੀ ਨੇ ਇੱਥੇ ਭਾਈ ਜੋਧ ਤੇ ਭਾਈ ਢੇਸੀ ਲਿਖਿਆ ਹੈ। ਬਿਪਰ ਜਾਤੀ ਇਹਨਾਂ ਦੀ ਜਿਹੜੀ ਆ ਉਹ ਬਿਪਰ, ਤੇ ਬਿਪਰ ਕਹਿੰਦੇ ਨੇ ਬ੍ਰਾਹਮਣ ਨੂੰ। ਕੱਲ ਵੀ ਮੈਂ ਬੇਨਤੀ ਕੀਤੀ ਸੀ, ਕਿਤੇ ਇਹ ਸੁਣ ਕੇ ਮਨ ਵਿੱਚ ਖਿਆਲ ਆ ਜਾਵੇ ਕਿ ਜਾਤ ਪਾਤ ਦੀ ਗੱਲ ਕਿਉਂ ਕੀਤੀ। ਜਾਤ ਪਾਤ ਉੱਥੇ ਖੰਡਨ ਕੀਤੀ ਜਾਂਦੀ ਹੈ ਜਿੱਥੇ ਕੋਈ ਜਾਤੀ ਦੇ ਨਾਲ, ਕਿਸੇ ਦੀ ਪਾਤ ਦੇ ਨਾਲ, ਕਿਸੇ ਦੇ ਪਹਿਰਾਵੇ ਦੇ ਨਾਲ ਵਿਤਕਰਾ ਕਰੇ। ਪਰ ਜੇ ਸੰਬੋਧਨ ਵਾਚਕ ਜੇ ਕਿਸੇ ਦੀ ਜਾਤ ਲਾਈ ਵੀ ਹੈ ਤੇ ਉਹ ਬਾਣੀ 'ਚ ਵੀ ਸਾਨੂੰ ਕਈ ਪ੍ਰਮਾਣ ਮਿਲ ਜਾਂਦੇ ਨੇ। ਇਸ ਲਈ ਭਾਈ ਸਾਹਿਬ ਨੇ ਇੱਥੇ ਤਾਂ ਜਾਤੀ ਦੀ ਗੱਲ ਕੀਤੀ ਹੈ ਕਿ ਅਨੇਕਾਂ ਜਾਤੀਆਂ ਵਾਲੇ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਸਾਰੀਆਂ ਜਾਤੀਆਂ ਵਾਲੇ ਗੁਰੂ ਕੇ ਸਿੱਖ ਹਨ। ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਫਲਾਣੀ ਜਾਤੀ ਵਾਲਾ ਹੀ ਉਹਨੂੰ ਸਿੱਖੀ ਮਿਲੀ ਹੈ। ਇਸ ਕਰਕੇ ਇੱਥੇ ਬ੍ਰਾਹਮਣ ਜਾਤੀ ਵਾਲੇ ਤੇ ਭਾਈ ਜੋਧ, ਭਾਈ ਢੇਸੀ ਜੀ, ਇਹ ਦੋਨੋਂ ਚੱਲ ਕੇ ਆਏ ਹਨ। ਗੁਰ ਕੀ ਸ਼ਰਨ ਜਾਨ ਸੁਖ ਦਾਤੀ। ਇਹਨਾਂ ਦੋਨਾਂ ਨੇ ਗੁਰੂ ਸਾਹਿਬ ਜੀ ਦੀ ਸ਼ਰਨ ਨੂੰ ਜਾਣਿਆ ਕਿ ਸੁਖ ਦੇਣ ਵਾਲੀ। ਭਾਵੇਂ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਕਿਸੇ ਦੀ ਜਾਤ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਫਲਾਣਾ ਫਲਾਣੀ ਜਾਤੀ ਦਾ, ਪਰ ਹੁਣ ਦੇਖਿਆ ਜਾਵੇ ਹਰੇਕ ਜਾਤੀ ਵਿੱਚ, ਹਰੇਕ ਧਰਮ ਵਿੱਚ, ਹਰੇਕ ਪਹਿਰਾਵੇ ਵਾਲਿਆਂ ਵਿੱਚੋਂ ਜਿਹੜੇ ਨੇ ਉਹ ਐਸੇ ਇਨਸਾਨ ਮਿਲ ਜਾਣਗੇ ਜਿਨ੍ਹਾਂ ਨੇ ਕੇਵਲ ਤਾਂ ਕੇਵਲ ਦਿਖਾਵੇ ਮਾਤਰ ਪਹਿਰਾਵਾ ਧਾਰਨ ਕੀਤਾ ਹੈ। ਉਹ ਤਾਂ ਸਾਰਿਆਂ ਵਿੱਚੋਂ ਮਿਲ ਜਾਣਗੇ, ਪਰ ਸਾਰਿਆਂ ਵਿੱਚੋਂ ਉਹ ਵੀ ਮਿਲਣਗੇ ਜਿਹੜੇ ਨਾਮ ਰਸੀਏ ਹਨ, ਜਿਹੜੇ ਹਿਰਦੇ ਕਰਕੇ ਪਵਿੱਤਰ ਹਨ, ਭਗਤੀ ਕਰਨ ਵਾਲੇ, ਸਿਮਰਨ ਕਰਨ ਵਾਲੇ। ਉਹ ਇਸਲਾਮ ਧਰਮ ਵਿੱਚੋਂ ਵੀ, ਸਨਾਤਨ ਮਤ ਵਿੱਚੋਂ ਵੀ, ਸਾਰੇ ਧਰਮਾਂ ਵਿੱਚੋਂ ਮਿਲ ਜਾਣਗੇ। ਸਾਰਿਆਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਅੰਦਰ ਜਿਹੜੀ ਹੈ ਉਹ ਲਿਖਵਾਈ ਹੈ। ਇਸ ਲਈ ਇਹ ਦੋਨੋਂ ਜਣੇ ਭਾਈ ਜੋਧ, ਭਾਈ ਢੇਸੀ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਨੂੰ ਇਹਨਾਂ ਨੇ ਸੁਖ ਦੇਣ ਵਾਲੀ ਜਾਣਿਆ ਹੈ ਤੇ ਚੱਲ ਕੇ ਆਏ ਹਨ। ਆਏ ਚੱਲ ਸ਼੍ਰੀ ਅਰਜਨ ਪਾਸ। ਇਹ ਦੋਨੋਂ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਆਏ ਹਨ। ਨਮੋ ਕੀਨ ਠਾਨੀ ਅਰਦਾਸ। ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਫਿਰ ਮਹਾਰਾਜ ਨੂੰ ਬੇਨਤੀ ਕਰਨ ਲੱਗੇ ਨੇ, ਬਿਪਰ ਜੇ ਪੰਡਤ ਦੀਰਘ ਆਹੇ। ਸਤਿਗੁਰੂ ਜੀ, ਜਿਨ੍ਹਾਂ ਦਾ ਜਨਮ ਬ੍ਰਾਹਮਣ ਘਰਾਣੇ ਦਾ ਹੈ ਤੇ ਆਪਣੇ ਆਪ ਦੇ ਵਿੱਚ ਵੱਡੇ ਪੰਡਤ ਬਣੇ ਹਨ। ਹਮਕੋ ਲੇਤ ਨ ਪੰਗਤ ਮਾਹੇ। ਮਹਾਰਾਜ, ਅਸੀਂ ਜਦੋਂ ਉਹਨਾਂ ਦੇ ਕੋਲ ਜਾਂਦੇ ਹਾਂ ਤੇ ਸਾਨੂੰ ਉਹ ਆਪਣੀ ਪੰਗਤ ਵਿੱਚ ਨਹੀਂ ਬੈਠਣ ਦਿੰਦੇ। ਉਹਦਾ ਕਾਰਨ ਇਹ ਅੱਗੇ ਦੱਸਣਗੇ। ਹੈ ਇਹ ਵੀ ਬ੍ਰਾਹਮਣ ਨੇ, ਭਾਈ ਜੋਧ, ਭਾਈ ਢੇਸੀ। ਇਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਆ ਕੇ ਬੇਨਤੀ ਕੀਤੀ, ਪਰ ਹੁਣ ਬੇਨਤੀ ਇਹਨਾਂ ਨੇ ਇਸ ਤਰ੍ਹਾਂ ਕੀਤੀ ਹੈ ਕਿ ਇਸ ਬੇਨਤੀ ਦੇ ਵਿੱਚ ਇਹਨਾਂ ਨੇ ਕੋਈ ਰੋਸ ਪ੍ਰਗਟ ਨਹੀਂ ਕੀਤਾ ਕਿ ਸਾਨੂੰ ਜਿਹੜੇ ਬ੍ਰਾਹਮਣ ਵੱਡੇ ਪੰਡਤ ਬਣੇ ਨੇ, ਵੇਦਾਂ ਨੂੰ ਪੜ੍ਹਨ ਵਾਲੇ, ਸ਼ਾਸਤਰਾਂ ਨੂੰ ਪੜ੍ਹਨ ਵਾਲੇ, ਉਹ ਸਾਨੂੰ ਆਪਣੀ ਪੰਗਤ ਵਿੱਚ ਬੈਠਣ ਨਹੀਂ ਦਿੰਦੇ। ਇਹ ਰੋਸ ਨਹੀਂ ਸੀ ਕੀਤਾ, ਕੇਵਲ ਆ ਕੇ ਦੱਸਿਆ ਸੀ ਕਿ ਆਪਾਂ ਉਹਨਾਂ ਨੂੰ ਜਵਾਬ ਕੀ ਦਈਏ। ਰੋਸ ਤਾਂ ਉਹ ਕਰੇ ਨਾ ਜਿਹਦੇ ਕੋਲ ਕੋਈ ਟਿਕਾਣਾ ਨਾ ਹੋਵੇ, ਕੋਈ ਥਾਂ ਨਾ ਹੋਵੇ, ਤੇ ਜਿਹਦੇ ਕੋਲ ਇੰਨੇ ਵੱਡੇ ਦਾਤੇ ਦਾ ਦਰ ਹੋਵੇ, ਇੰਨੇ ਵੱਡੇ ਮਾਲਕ ਦੀ ਸ਼ਰਨ ਦੇ ਵਿੱਚ ਆਇਆ ਹੋਵੇ, ਜਿਨ੍ਹਾਂ ਬਾਰੇ ਭੱਟ ਜੀ ਕਹਿੰਦੇ ਨੇ ਗੁਰ ਅਰਜਨ ਪ੍ਰਤਾਖਾਰ। ਤੇ ਜਿਹਨੂੰ ਹਰੀ ਦੀ ਸ਼ਰਨ ਮਿਲ ਗਈ ਹੋਵੇ, ਉਹਨੇ ਫਿਰ ਦੂਜਿਆਂ ਦੇ ਕੋਲ ਜਾ ਕੇ ਲੈਣਾ ਵੀ ਕੀ ਸੀ। ਪਰ ਫਿਰ ਵੀ ਆ ਕੇ ਪੁੱਛਿਆ ਹੈ, ਸਤਿਗੁਰੂ, ਇਹ ਸਾਡੇ ਮਨ ਦੇ ਵਿੱਚ ਇੱਕ ਸ਼ੰਕਾ ਹੈ ਕਿ ਆਪਾਂ ਉਹਨਾਂ ਨੂੰ ਜਵਾਬ ਕੀ ਦਈਏ। ਕਈ ਵਾਰੀ ਉਹ ਸਵਾਲ ਕਰ ਦਿੰਦੇ ਨੇ। ਕੇਵਲ ਉੱਤਰ ਲੈਣ ਵਾਸਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਮਹਾਰਾਜ, ਜਿਹੜੇ ਬ੍ਰਾਹਮਣ ਪੰਡਤ ਹਨ ਵੱਡੇ, ਜਦੋਂ ਅਸੀਂ ਉਹਨਾਂ ਕੋਲ ਜਾਂਦੇ ਹਾਂ, ਸਾਨੂੰ ਆਪਣੀ ਪੰਗਤ ਵਿੱਚ ਨਹੀਂ ਬੈਠਣ ਦਿੰਦੇ। ਬੈਠ ਸਬਨ ਮੈਂ ਹਮੋ ਸੁਨਾਇਓ। ਜਦੋਂ ਸਾਰਿਆਂ ਵਿੱਚ ਅਸੀਂ ਬੈਠਦੇ ਹਾਂ ਤੇ ਉਹ ਸਾਨੂੰ ਇਸ ਤਰ੍ਹਾਂ ਕਹਿੰਦੇ ਹਨ, ਜਗਤ ਗੁਰੂ ਤੁਮ ਨਿਜ ਤਨ ਪਾਇਓ। ਕਿ ਜਗਤ ਗੁਰੂ ਤੁਮ ਨਿਜ ਤਨ ਪਾਇਓ। ਮਹਾਰਾਜ, ਤੁਸੀਂ ਤਾਂ ਜਗਤ ਗੁਰੂ ਹੋ ਨਾ, ਜਿਨ੍ਹਾਂ ਨੇ ਜਨਮ ਬ੍ਰਾਹਮਣ ਘਰਾਣਿਆਂ ਵਿੱਚ ਲਏ ਹਨ। ਖੱਤਰੀ ਕੇਸਿਕ ਹੋਏ ਜਾਏ। ਉਹ ਵੱਡੇ ਪੰਡਤ ਸਾਨੂੰ ਕਹਿੰਦੇ ਨੇ ਪੰਗਤ ਵਿੱਚ ਜਦੋਂ ਜਾ ਕੇ ਬਹਿਨੇ ਆ ਕਿ ਤੁਸੀਂ ਖੱਤਰੀ ਨੂੰ ਗੁਰੂ ਧਾਰਨ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬੰਸ ਹੈ ਉਹ ਬੇਦੀ ਬੰਸ ਹੈ, ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤ੍ਰੇਣ ਬੰਸ ਵਿੱਚੋਂ, ਤੀਸਰੇ ਪਾਤਸ਼ਾਹ ਭੱਲੇ ਵੰਸ਼ ਵਿੱਚੋਂ
ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਸੋਢ ਘਰਾਣੇ ਵਿੱਚ। ਸੋ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਇਹ ਭਾਈ ਗੁਰਦਾਸ ਜੀ ਦੇ ਬਚਨ ਹਨ। ਤੇ ਇੱਥੇ ਕੋਈ ਜਾਤੀ ਦੀ ਗੱਲ ਕਿਸੇ ਵਿਤਕਰੇ ਕਰਕੇ ਨਹੀਂ, ਕੇਵਲ ਸੰਬੋਧਨ ਵਾਚਕ ਜਿਹੜੀ ਜਾਤੀ ਲਾਉਣੀ ਕੋਈ ਮਾੜੀ ਵੀ ਨਹੀਂ ਸੀ। ਇਸ ਲਈ ਕਹਿਣ ਲੱਗੇ ਇਹ ਖੱਤਰੀ ਘਰਾਣਾ ਹੋਇਆ ਤੇ ਕਹਿਣ ਲੱਗੇ ਕਿ ਤੁਸੀਂ ਤਾਂ ਖੱਤਰੀਆਂ ਨੂੰ ਗੁਰੂ ਧਾਰਨ ਕੀਤਾ ਹੈ। ਗੰਗਾ ਅਪਰ ਜੇ ਕਾਂਸ਼ੀ ਥਾਏ। ਫਿਰ ਗੰਗਾ ਜਾਣਾ, ਕਾਂਸ਼ੀ ਦੇ ਵਿੱਚ ਜਾਣਾ ਇਤਿਆਦਿਕ ਜਿਹੜੇ ਸਨਾਤਨ ਮਤ ਦੇ ਵੱਡੇ ਥਾਂ ਹਨ। ਵਿਸ਼ਨ ਮਹਾਦੇਵਪੁਰ ਇਹੀ। ਵਿਸ਼ਨੂਪੁਰੀ ਮਹਾਦੇਵ ਸ਼ਿਵ ਦੀ ਜਿਹੜੀ ਵੱਡੀ ਪੁਰੀ ਹੈ। ਸੋ ਤਿਆਗੇ ਤੁਮ ਸੇਵੋ ਨਹੀਂ। ਉਹ ਤੁਸੀਂ ਤਿਆਗ ਦਿੱਤੀਆਂ ਨੇ ਤੇ ਤੁਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ, ਤੁਸੀਂ ਉਹਨਾਂ ਸਥਾਨਾਂ ਤੇ ਜਾ ਕੇ ਯਾਤਰਾ ਨਹੀਂ ਕਰਦੇ। ਤੀਰਥ ਕ੍ਰਿਤਮ ਅੰਮ੍ਰਿਤਸਰ ਹੈ। ਫਿਰ ਤੁਹਾਡਾ ਜਿਹੜਾ ਤੀਰਥ ਹੈ ਉਹ ਤੁਸੀਂ ਆਪਣਾ ਤੀਰਥ ਅੰਮ੍ਰਿਤਸਰ ਬਣਾ ਲਿਆ ਹੈ। ਸੇਵੋ ਤਾਹੇ ਲਖਿਓ ਬਹੁ ਬਰ ਹੈ। ਉੱਥੇ ਜਾ ਕੇ ਤੁਸੀਂ ਪੂਜਾ ਕਰਦੇ ਹੋ ਤੇ ਅੰਮ੍ਰਿਤਸਰ ਨੂੰ ਬੜਾ ਪਵਿੱਤਰ ਮੰਨਦੇ ਹੋ। ਵੇਦਨ ਬ੍ਰਹਮ ਬਾਣੀ ਕੋ ਤਿਆਗੇ। ਜਿਹੜੇ ਸ਼੍ਰੇਸ਼ਟ ਵੇਦ ਹਨ ਇਹ ਬ੍ਰਹਮ ਬਾਣੀ ਹੈ, ਤੁਸੀਂ ਵੇਦਾਂ ਨੂੰ ਪੜ੍ਹਨਾ ਵੀ ਛੱਡ ਦਿੱਤਾ ਹੈ। ਗੁਰਬਾਣੀ ਭਾਕਾ ਸੰਗ ਲਾਗੇ। ਜਿਹੜੀ ਗੁਰੂਆਂ ਨੇ ਬਾਣੀ ਉਚਾਰੀ ਹੈ ਆਮ ਲੋਕਾਂ ਦੀ ਭਾਸ਼ਾ ਵਿੱਚ, ਉਹ ਬਾਣੀ ਤੁਸੀਂ ਪੜ੍ਹਦੇ ਹੋ, ਉਹੀ ਬਾਣੀ ਤੁਸੀਂ ਗਾਉਂਦੇ ਹੋ। ਜਨਮ ਅਸ਼ਟਮੀ ਅਰ ਸ਼ਿਵਰਾਤ। ਫਿਰ ਜਦੋਂ ਜਨਮ ਅਸ਼ਟਮੀ ਆਉਂਦੀ ਹੈ ਜਾਂ ਸ਼ਿਵਰਾਤਰੀ ਹੁੰਦੀ ਹੈ। ਬ੍ਰਤ ਇਕਾਦਸ਼ੀ ਤਜ ਤੁਮ ਖਾਤ। ਇਕਾਦਸ਼ੀ ਦਾ ਜਿਹੜਾ ਬ੍ਰਤ ਉਹ ਅਸੀਂ ਰੱਖਦੇ ਹਾਂ ਪਰ ਤੁਸੀਂ ਨਹੀਂ ਰੱਖਦੇ। ਗਾਇਤਰੀ ਤ੍ਰੈ ਸੰਧਿਆ ਤਰਪਨ। ਫਿਰ ਗਾਇਤਰੀ ਮੰਤਰ ਉਹ ਸਾਡਾ ਸ਼੍ਰੋਮਣੀ ਮੰਤਰ ਹੈ। ਤੇ ਇਸੇ ਤਰ੍ਹਾਂ ਸੂਰਜ ਨੂੰ ਪਾਣੀ ਦੇਣਾ ਇਹ ਸਾਡਾ ਮੁੱਖ ਕਰਮ ਹੈ, ਇਹ ਵੀ ਤੁਸੀਂ ਤਿਆਗ ਦਿੱਤਾ ਹੈ। ਪਿੰਡ ਪਤਲ ਕਿਰਿਆ ਕਰ ਵਰਜਨ। ਫਿਰ ਪਿੰਡ ਪਤਲ ਕਿਰਿਆ ਇਤਿਆਦਿਕ ਇਹ ਸਾਰੇ ਕਰਮ ਤੁਸੀਂ ਛੱਡ ਦਿੱਤੇ ਹਨ। ਮਿਰਤਕ ਪਾਛੇ ਕਰ ਅਰਦਾਸ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ ਤੇ ਉਹਦੇ ਮਰਨ ਪਿੱਛੋਂ ਤੁਸੀਂ ਅਰਦਾਸ ਕਰਦੇ ਹੋ। ਕਰਿਓ ਕਰਾਹੋ ਲਿਹੋ ਮੁਖ ਗਰਾਸ। ਅਰਦਾਸ ਤੋਂ ਬਾਅਦ ਤੁਸੀਂ ਕੜਾਹ ਪ੍ਰਸ਼ਾਦ ਵੰਡਦੇ ਹੋ, ਉਹ ਪ੍ਰਸ਼ਾਦ ਲੈ ਕੇ ਤੁਸੀਂ ਛਕ ਲੈਨੇ ਹੋ। ਜਾਂ ਤੇ ਤੁਮ ਭ੍ਰਿਸ਼ਟ ਅਬ ਹੋਏ। ਇਸ ਲਈ ਤੁਸੀਂ ਸਾਡੀ ਪੰਗਤ ਵਿੱਚੋਂ ਭ੍ਰਿਸ਼ਟ ਹੋ ਗਏ ਹੋ। ਇਹ ਭਾਈ ਢੇਸੀ ਤੇ ਭਾਈ ਜੋਧ ਜਿਹੜੇ ਜਾਤੀ ਕਰਕੇ ਤਾਂ ਬ੍ਰਾਹਮਣ ਨੇ ਪਰ ਹੈ ਗੁਰੂ ਨਾਨਕ ਸਾਹਿਬ ਦੇ ਸਿੱਖ। ਹੁਣ ਜਦੋਂ ਕਹਿੰਦੇ ਮਹਾਰਾਜ ਅਸੀਂ ਪੰਗਤ ਵਿੱਚ ਜਾ ਕੇ ਬਹਿੰਦੇ ਹਾਂ, ਜਿਹੜੇ ਵੱਡੇ ਪੰਡਤ ਨੇ ਉਹ ਸਾਨੂੰ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਸਾਡੇ ਤੇ ਕਰਦੇ ਨੇ ਕਿ ਤੁਸੀਂ ਜਿਹੜੇ ਤੀਰਥ ਸਥਾਨ ਸਨ ਉਹਨਾਂ ਦੀ ਯਾਤਰਾ ਛੱਡ ਦਿੱਤੀ। ਜਿਹੜੇ ਸਨਾਤਨ ਮਤ ਦੇ ਮੁੱਖ ਕਰਮ ਸਨ ਗਾਇਤਰੀ ਮੰਤਰ ਪੜ੍ਹਨਾ, ਇਕਾਦਸ਼ੀ ਦਾ ਵਰਤ ਰੱਖਣਾ, ਸ਼ਿਵਰਾਤਰੀ ਦਾ, ਇਸੇ ਤਰ੍ਹਾਂ ਇਹ ਸਾਰੇ ਸਮਾਗਮ ਜਿਹੜੇ ਸੀ ਛੱਡੇ ਹੋਏ ਹਨ। ਇਸੇ ਪ੍ਰਕਾਰ ਤੁਸੀਂ ਆਪਣਾ ਤੀਰਥ ਜਿਹੜਾ ਹੈ ਉਹ ਅੰਮ੍ਰਿਤਸਰ ਮੰਨ ਰਹੇ ਹੋ ਕਿ ਸਭ ਤੋਂ ਵੱਡਾ ਤੀਰਥ ਅੰਮ੍ਰਿਤਸਰ ਹੈ। ਤੇ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰਦਾ ਤੁਸੀਂ ਪਿੰਡ ਪੱਤਲ ਕਿਰਿਆ ਕੋਈ ਇਸ ਤਰ੍ਹਾਂ ਦੇ ਕਰਮ ਕਾਂਡ ਨਹੀਂ ਕਰਦੇ ਜਿਹੜੇ ਸਨਾਤਨ ਮਤ ਕਰਮ ਨੂੰ ਕਹਿ ਰਹੇ ਹਨ। ਤੇ ਤੁਸੀਂ ਜਾ ਕੇ ਅਰਦਾਸ ਕਰਦੇ ਹੋ ਤੇ ਫਿਰ ਪ੍ਰਸ਼ਾਦ ਵਰਤਾਉਂਦੇ ਹੋ ਤੇ ਛਕ ਲੈਂਦੇ ਹੋ। ਇਸ ਕਰਕੇ ਤੁਸੀਂ ਭ੍ਰਿਸ਼ਟ ਗਏ ਹੋ, ਤੁਹਾਨੂੰ ਸਾਡੀ ਪੰਗਤ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ। ਪੰਗਤ ਉਚਿਤ ਨਹੀਂ ਜਿਮ ਜੋਏ। ਸਾਡੀ ਪੰਗਤ ਵਿੱਚ ਬੈਠਣ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ। ਸ਼੍ਰੀ ਗੁਰ ਤੁਮ ਸ਼ਰਨੀ ਹਮ ਪਰੇ। ਇਹ ਦੋਨੋਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕਰਦੇ ਨੇ, ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਜਗਤ ਕਰਤ ਤੇ ਕਾਢਨ ਕਰੇ। ਤੇ ਮਹਾਰਾਜ ਕਿਰਪਾ ਕਰੋ, ਤੁਸੀਂ ਜਗਤ ਇਹ ਸਮੁੰਦਰ ਹੈ, ਗਰਤ ਨਾਮ ਟੋਏ ਦਾ ਹੈ। ਇਹ ਜਗਤ ਬਹੁਤ ਵੱਡਾ ਸੰਸਾਰ ਟੋਇਆ ਹੈ। ਆਪ ਜੀ ਕਿਰਪਾਲੂ ਹੋ, ਇਸ ਟੋਏ ਵਿੱਚੋਂ ਸਮੁੰਦਰ ਵਿੱਚੋਂ ਤਾਰਨ ਵਾਲੇ ਹੋ। ਜਾਤ ਮਾਨ ਸ਼੍ਰਿੰਖਲ ਤੇ ਨਿਕਸੇ। ਅਸੀਂ ਜਾਤੀ ਦਾ ਜਿਹੜਾ ਹੰਕਾਰ ਉਸ ਦੇ ਸੰਗਲਾਂ ਦੇ ਨਾਲ ਨਹੀਂ ਬੱਧੇ। ਬਾਕੀ ਤਾਂ ਜਿਹੜੇ ਜ਼ਿਆਦਾਤਰ ਹਨ ਉਹ ਜਾਤੀ ਦੇ ਹੰਕਾਰ ਰੂਪੀ ਸੰਗਲ ਦੇ ਵਿੱਚ ਬੰਨੇ ਹੋਏ ਨੇ। ਤੇ ਜਦੋਂ ਮਨ ਵਿੱਚ ਕੋਈ ਹੰਕਾਰ ਰਹਿ ਜਾਵੇ, ਧਰਮ ਦਾ ਕਰਮ ਦਿਖਾਵੇ ਮਾਤਰ ਜੀਵ ਕਰ ਰਿਹਾ ਹੈ, ਪਰ ਜੇ ਹਲੇ ਤੱਕ ਆਪਣਾ ਮਾਣ ਹੀ ਨਹੀਂ ਤਿਆਗਿਆ, ਜਾਤ ਦਾ, ਸਰੀਰ ਦਾ, ਇਸੇ ਤਰ੍ਹਾਂ ਆਪਣੇ ਕਰਮਾਂ ਦਾ ਹੰਕਾਰ ਦੂਰ ਨਹੀਂ ਕੀਤਾ, ਤੇ ਫਿਰ ਤਾਂ ਬੰਧਨਾਂ ਵਿੱਚ ਹੀ ਫਸਿਆ ਹੈ ਨਾ। ਮਹਾਰਾਜ ਅਸੀਂ ਜਾਤੀ ਦੇ ਹੰਕਾਰ ਰੂਪੀ ਸੰਗਲ ਨੂੰ ਕੱਟਿਆ ਹੋਇਆ ਹੈ। ਸੀਤ ਪ੍ਰਸਾਦ ਖਾਏ ਮਨ ਬਿਗਸੇ। ਅਸੀਂ ਤਾਂ ਆਪ ਜੀ ਦਾ ਸ਼ੀਤ ਪ੍ਰਸ਼ਾਦ ਛਕਦੇ ਹਾਂ। ਸ਼ੀਤ ਪ੍ਰਸ਼ਾਦ ਜਿਹੜਾ ਆਪਾਂ ਨੂੰ ਕੜਾਹ ਪ੍ਰਸ਼ਾਦ ਮਿਲਦਾ ਹੈ, ਜਦੋਂ ਭੋਗ ਲੱਗਦਾ ਹੈ, ਇਹ ਸਿੱਖ ਦੀ ਭਾਵਨਾ ਹੈ ਕਿ ਪਹਿਲਾਂ ਗੁਰੂ ਸਾਹਿਬ ਨੇ ਛਕਿਆ ਤੇ ਫਿਰ ਸੰਗਤ ਵਿੱਚ ਵਰਤਿਆ। ਸਿੱਖ ਲੈ ਕੇ ਛਕ ਕੇ ਬੜੇ ਪ੍ਰਸੰਨ ਹੁੰਦੇ ਕਿ ਸਾਨੂੰ ਸ਼ੀਤ ਪ੍ਰਸ਼ਾਦ ਮਿਲਿਆ।
ਇਸੇ ਤਰ੍ਹਾਂ ਲੰਗਰ ਦੀ ਮਰਿਆਦਾ ਹੈ। ਮਹਾਰਾਜ ਸਾਡੇ ਮਨ ਵਿੱਚ ਕੋਈ ਰੋਸ ਨਹੀਂ ਹੈ, ਅਸੀਂ ਤੁਹਾਨੂੰ ਗੁਰੂ ਧਾਰਿਆ ਹੈ ਤੇ ਜਾਤੀ ਦੇ ਹੰਕਾਰ ਦੇ ਬੰਧਨਾਂ ਨੂੰ ਕੱਟਿਆ ਹੋਇਆ ਹੈ। ਮਹਾਰਾਜ ਅਸੀਂ ਤਾਂ ਤੁਹਾਡਾ ਸ਼ੀਤ ਪ੍ਰਸ਼ਾਦ ਲੈਨੇ ਆ, ਸਾਡਾ ਮਨ ਬਹੁਤ ਪ੍ਰਸੰਨ ਹੈ, ਸਾਡਾ ਹਿਰਦਾ ਬਹੁਤ ਖੁਸ਼ ਹੈ। ਪ੍ਰਾਪਤ ਭਇਓ ਹਮਹਿ ਸਤਨਾਮੋ। ਸਾਨੂੰ ਆਪ ਜੀ ਨੇ ਗੁਰਮੰਤਰ ਦਿੱਤਾ ਹੈ, ਅਸੀਂ ਉਸੇ ਮੰਤਰ ਦਾ ਅਭਿਆਸ ਕਰਦੇ ਹਾਂ। ਜਮ ਸੋ ਰਹਿਓ ਨ ਕੈਸੇ ਕਾਮੋ। ਤੇ ਸਾਨੂੰ ਹੁਣ ਇਸ ਗੱਲ ਤੇ ਪੂਰਨ ਭਰੋਸਾ ਹੈ ਕਿ ਸਾਡਾ ਜਮਾਂ ਦੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਰਿਹਾ। ਇਹ ਸਿੱਖ ਦੇ ਅੰਦਰ ਦੀ ਭਾਵਨਾ ਹੈ। ਜਦੋਂ ਗੁਰੂ ਸਾਹਿਬ ਨੇ ਸਾਨੂੰ ਇੰਨਾ ਵੱਡਾ ਸ਼੍ਰੋਮਣੀ ਮੰਤਰ ਹੀ ਦੇ ਦਿੱਤਾ, ਉਹ ਮੰਤਰ ਦਿੱਤਾ ਜਿਸ ਨੂੰ ਧਰਮ ਰਾਜਾ ਵੀ ਕਹਿੰਦਾ ਹੈ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਇਓ ਦੂਤ। ਜਿੱਥੇ ਧਰਮ ਰਾਜਾ ਦੂਤਾਂ ਨੂੰ ਕਹਿ ਰਹੇ ਕਿ ਤੁਸੀਂ ਉੱਥੇ ਨਾ ਜਾਇਓ, ਉੱਥੇ ਸਭ ਤੋਂ ਸ਼੍ਰੋਮਣੀ ਗੁਰਮੰਤਰ ਦਾ ਅਭਿਆਸ ਕੀਤਾ ਜਾ ਰਿਹਾ, ਉੱਥੇ ਨਾਮ ਸਿਮਰਨ ਹੋ ਰਿਹਾ ਹੈ। ਜਿੱਥੇ ਸਿਮਰਨ ਦਾ ਪ੍ਰਵਾਹ ਚੱਲਦਾ ਉੱਥੇ ਜਮਾਂ ਦਾ ਕੀ ਕੰਮ। ਇਸ ਲਈ ਕਹਿਣ ਲੱਗੇ ਮਹਾਰਾਜ ਸਾਡਾ ਮਨ ਬੜਾ ਪ੍ਰਸੰਨ ਹੈ ਕਿ ਅਸੀਂ ਤੁਹਾਡੇ ਸਿੱਖ ਹਾਂ, ਤੁਸੀਂ ਸਾਨੂੰ ਗੁਰਮੰਤਰ ਦਿੱਤਾ ਹੈ, ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਸਾਡਾ ਜਮਾਂ ਦੇ ਨਾਲ ਵਾਹ ਵਾਸਤਾ ਹੀ ਨਹੀਂ ਰਿਹਾ। ਕਉ ਜੇ ਪੰਡਤ ਕਰ ਅਪਮਾਨੇ। ਪਰ ਸਤਿਗੁਰੂ ਜੀ ਇੱਕ ਬੇਨਤੀ ਹੈ ਕਿ ਜਿਹੜੇ ਪੰਡਤ ਬਹੁਤ ਅਪਮਾਨ ਕਰਦੇ ਨੇ ਸਾਡਾ ਪੰਗਤ ਵਿੱਚ ਬੈਠਿਆਂ ਦਾ, ਜਾਂ ਜਦੋਂ ਸਾਰੇ ਪੰਡਤ ਇਕੱਠੇ ਹੋ ਕੇ ਬਹਿੰਦੇ ਨੇ, ਅਸੀਂ ਵੀ ਬ੍ਰਾਹਮਣ ਹੀ ਹਾਂ, ਤੇ ਉੱਥੇ ਬੈਠਿਆਂ ਦਾ ਇਹ ਅਪਮਾਨ ਕਰਦੇ ਹਨ। ਕਿ ਮਹਮ ਤਿਨ ਕੇ ਸੰਗ ਬਖਾਨੇ। ਇਹ ਸਾਨੂੰ ਦੱਸੋ ਕਿ ਅਸੀਂ ਉਹਨਾਂ ਨੂੰ ਜਵਾਬ ਕੀ ਦਈਏ, ਕਿਉਂਕਿ ਸਾਨੂੰ ਕੋਈ ਰੋਸ ਨਹੀਂ, ਸਾਨੂੰ ਦੁੱਖ ਨਹੀਂ ਕਿ ਉਹ ਸਾਨੂੰ ਇਦਾਂ ਕਿਉਂ ਕਹਿ ਰਹੇ। ਇਹ ਉਹ ਤਾਂ ਕਹਿ ਰਹੇ ਨੇ ਕਿ ਉਹਨਾਂ ਕੋਲ ਹਲੇ ਗਿਆਨ ਨਹੀਂ ਹੈ, ਤੇ ਜੇ ਗਿਆਨ ਹੋਵੇ ਤੇ ਫਿਰ ਤਾਂ ਉਹ ਵੀ ਗੁਰੂ ਘਰ ਦਾ ਅਦਬ ਤੇ ਸਤਿਕਾਰ ਰੱਖਣ। ਪਰ ਮਹਾਰਾਜ ਸਾਨੂੰ ਪੰਡਤਾਂ ਵਿੱਚ ਜਾਂ ਸਾਰੀ ਪੰਗਤ ਵਿੱਚ ਬੈਠਿਆਂ ਨੂੰ ਅਪਮਾਨ ਕਰਦੇ ਨੇ, ਅਸੀਂ ਉਹਨਾਂ ਨੂੰ ਕੀ ਜਵਾਬ ਦਈਏ ਜਿਹਦੇ ਨਾਲ ਉਹਨਾਂ ਦੀ ਤਸੱਲੀ ਹੋ ਜਾਵੇ। ਸ਼੍ਰੀ ਅਰਜਨ ਸੁਨ ਬਾਕ ਬਖਾਨਾ। ਇਹਨਾਂ ਦੋਨਾਂ ਦੀ ਬੇਨਤੀ ਨੂੰ ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉੱਤਰ ਦਿੱਤਾ ਹੈ, ਤੀਰਤ ਅੰਮ੍ਰਿਤ ਤਾਲ ਮਹਾਨਾ। ਮਹਾਰਾਜ ਕਹਿੰਦੇ ਹਨ ਗੁਰਸਿੱਖੋ, ਇਹ ਜਿਹੜਾ ਅੰਮ੍ਰਿਤਸਰ ਪਾਵਨ ਤਾਲ ਸਰੋਵਰ ਹੈ ਨਾ, ਇਹ ਸਿੱਖ ਲਈ ਮਹਾਨ ਤੀਰਥ ਹੈ। ਇਹਦੀ ਮਹਾਨਤਾ ਕੀ ਉਹ ਅੱਗੇ ਸਤਿਗੁਰੂ ਦੱਸਦੇ ਹਨ। ਨਗਰ ਭਇਓ ਇਹ ਏਕ ਓੰਕਾਰ। ਇਹ ਇੱਕ ਓੰਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਨਗਰੀ ਹੈ। ਤੁਸੀਂ ਕਹਿੰਦੇ ਹੋ ਕਿ ਫਲਾਣੀ ਨਗਰੀ ਫਲਾਣੇ ਦੇਵਤੇ ਦੀ, ਫਲਾਣੀ ਨਗਰੀ ਫਲਾਣੇ ਦੇਵਤੇ ਦੀ, ਤਾਂ ਉਹ ਪਵਿੱਤਰ ਹੈ, ਤਾਂ ਉੱਥੇ ਜਾ ਕੇ ਕਲਿਆਣ ਹੁੰਦੀ। ਮਹਾਰਾਜ ਕਹਿੰਦੇ ਤਾਂ ਨਗਰ ਹੀ ਇੱਕ ਓੰਕਾਰ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੈ। ਹੁਣ ਇੱਕ ਪਾਸੇ ਰਾਜੇ ਦੀ ਆਪਣੀ ਨਗਰੀ ਹੋਵੇ ਤੇ ਇੱਕ ਪਾਸੇ ਰਾਜੇ ਤੋਂ ਛੋਟੇ ਜਿਹੜੇ ਮੁਨੀਮ ਨੇ, ਮੰਤਰੀ ਨੇ, ਉਹਨਾਂ ਦੇ ਇਲਾਕੇ ਹੋ, ਤੇ ਹੁਣ ਤੁਸੀਂ ਕਿਸ ਦੀ ਵਿਸ਼ੇਸ਼ਤਾ ਮੰਨੋਗੇ ਕਿ ਜਿਹੜੇ ਮੁਨੀਮ ਨੇ, ਛੋਟੇ ਮੰਤਰੀ ਨੇ, ਉਹਨਾਂ ਦੀ, ਜਾਂ ਜਿੱਥੇ ਰਾਜਾ ਆਪ ਬੈਠਾ ਹੋਵੇ ਉਹਦੀ ਵਿਸ਼ੇਸ਼ਤਾ ਹੋਵੇਗੀ। ਗੁਰਦੇਵ ਕਹਿੰਦੇ ਹਨ ਇਹ ਅੰਮ੍ਰਿਤਸਰ ਤਾਂ ਮਹਾਨ ਹੈ, ਅੰਮ੍ਰਿਤਸਰ ਇਹ ਨਗਰੀ, ਇਹ ਪਾਵਨ ਤਾਲ, ਇਹ ਪਾਵਨ ਸਰੋਵਰ ਜਿੱਥੇ ਲੱਗਾ ਹੈ, ਇਹ ਅਕਾਲ ਪੁਰਖ ਪਰਮੇਸ਼ਰ ਹਰੀ ਵਾਹਿਗੁਰੂ ਦੀ ਆਪਣੀ ਨਗਰੀ ਹੈ। ਬਿਦ ਹਰ ਸ਼ਿਵਪੁਰ ਜਿਤਕ ਉਦਾਰਾ। ਮਹਾਰਾਜ ਕਹਿੰਦੇ ਨੇ ਜਿੰਨੀਆਂ ਵੀ ਦੇਵਤਿਆਂ ਦੀਆਂ ਨਗਰੀਆਂ ਨੇ, ਭਾਵੇਂ ਕੋਈ ਵਿਸ਼ਨੂਪੁਰੀ ਹੈ, ਭਾਵੇਂ ਕੋਈ ਸ਼ਿਵ ਦੀ ਨਗਰੀ ਕਾਸ਼ੀ ਮੰਨੀ ਹੈ, ਮਹਾਰਾਜ ਕਹਿੰਦੇ ਸਾਰਿਆਂ ਨਾਲੋਂ ਉਦਾਰਾ ਵਿਸ਼ੇਸ਼ ਹੈ। ਸ਼ਿਤ ਮੰਡਲ ਕੇ ਤੀਰਥ ਸਾਰੇ। ਜਿੰਨੇ ਵੀ ਧਰਤੀ ਦੇ ਉੱਤੇ ਤੀਰਥ ਹਨ, ਬਸੇ ਆਏ ਪਾਵਨਤਾ ਧਾਰੇ। ਬਾਦਸ਼ਾਹ ਕਹਿੰਦੇ ਨੇ ਇੱਥੇ ਆ ਕਰਕੇ ਪਵਿੱਤਰਤਾ ਲੈਣ ਵਾਸਤੇ ਇੱਥੇ ਵਸ ਗਏ, ਕਿਉਂਕਿ ਤੀਰਥ ਤਾਂ ਬਣਿਆ ਜਿੱਥੇ ਕੋਈ ਭਗਤੀ ਕਰਨ ਵਾਲਾ ਬੈਠਾ ਸੀ। ਭਗਤ ਜੀ ਦੇ ਪਾਵਨ ਬਚਨ ਬਾਣੀ 'ਚ ਪੜ੍ਹਦੇ ਹਾਂ, ਕਹਿ ਕਬੀਰ ਹਉ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਹਿੰਦੇ ਮਨ ਵਿੱਚ ਇਹ ਖਿਆਲ ਆ ਰਿਹਾ ਹੈ, ਵੱਡਾ ਤੀਰਥ ਹੈ ਕਿ ਹਰੀ ਦਾ ਦਾਸ। ਪਰ ਇਸੇ ਵਿੱਚ ਉੱਤਰ ਦੇ ਗਏ ਕਿ ਹਰੀ ਦਾ ਦਾਸ ਉੱਥੇ ਬੈਠਾ ਭਗਤੀ ਕੀਤੀ ਤਾਂ ਤੀਰਥ ਬਣਿਆ। ਪਰ ਹੌਲੀ ਹੌਲੀ ਲੋਕਾਂ ਦੀ ਜਿਹੜੀ ਵਹੀਰ ਸੀ ਉਹ ਵੱਧਦੀ ਗਈ, ਤੇ ਲੋਕਾਂ ਨੇ ਉਹ ਥਾਂ ਨੂੰ ਪਵਿੱਤਰ ਜਾਣ ਕੇ ਉਹਨਾਂ ਵਿੱਚ ਇਸ਼ਨਾਨ ਕਰਨਾ ਸ਼ੁਰੂ ਕੀਤਾ। ਸਨਾਤਨ ਮਤ ਦੇ ਬਹੁਤਾਤ ਤੀਰਥ ਨਦੀਆਂ ਦੇ ਕੰਢੇ ਤੇ ਹਨ, ਕਿਉਂਕਿ ਭਗਤੀ ਕਰਨ ਵਾਲੇ ਨਾਮ ਰਸੀਏ ਜਿਹੜੇ ਨੇ, ਉਹ ਜਿੱਥੇ ਜਲ ਹੁੰਦਾ ਸੀ ਉਹਦੇ ਨੇੜੇ ਆਪਣਾ ਨਿਵਾਸ ਰੱਖਦੇ ਸੀ। ਹਾਲੇ ਭੋਜਨ ਤੋਂ ਬਿਨਾਂ ਸਮਾਂ ਬਤੀਤ ਹੋ ਜਾਂਦਾ ਹੈ, ਪਰ ਪਾਣੀ ਤੋਂ ਬਿਨਾਂ ਨਹੀਂ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਇਸ ਲਈ ਅੰਮ੍ਰਿਤ ਵੇਲੇ ਦਾ ਇਸ਼ਨਾਨ ਪਾਨ ਉਹ ਵੀ ਨਾਮ ਜਪਣ ਵਾਲਿਆਂ ਲਈ ਜ਼ਰੂਰੀ ਹੈ। ਭਾਵੇਂ ਕੋਈ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਕਮਾਈ ਵਾਲਾ ਹੈ ਉਹ ਅੰਮ੍ਰਿਤ ਵੇਲੇ ਦੇ ਇਸ਼ਨਾਨ ਨੂੰ ਕਦੇ ਖੁੰਝਾਉਂਦਾ ਨਹੀਂ, ਉਹ ਕਦੇ ਸਮਾਂ ਇਸ ਤਰ੍ਹਾਂ ਨਹੀਂ ਬਤੀਤ ਕਰਦਾ
ਇਸ ਲਈ ਬਹੁਤੇ ਜਿਹੜੇ ਤੀਰਥ ਹਨ ਸਨਾਤਨ ਮਤ ਦੇ, ਉਹ ਨਦੀਆਂ ਦੇ ਕੰਢੇ ਤੇ ਨੇ। ਲੋਕਾਂ ਨੇ ਉਹ ਤੀਰਥਾਂ ਤੇ ਜਾਣਾ ਸ਼ੁਰੂ ਕੀਤਾ ਤੇ ਕਲਯੁਗ ਦੇ ਸਮੇਂ ਅੰਦਰ ਬਹੁਤੇ ਜਿਹੜੇ ਪਾਪ ਕੀਤੇ ਸਨ, ਇਸ਼ਨਾਨ ਕਰਨਾ ਤੇ ਇਹ ਜਾਣਨਾ ਕਿ ਹੁਣ ਅਸੀਂ ਪਵਿੱਤਰ ਹੋ ਗਏ। ਪਰ ਹੁਣ ਉਹ ਜਿਹੜਾ ਤੀਰਥ ਸੀ ਜਿੱਥੇ ਬਹਿ ਕੇ ਹਰੀ ਦੇ ਦਾਸ ਨੇ ਭਗਤੀ ਕੀਤੀ, ਉਹ ਤੀਰਥ ਤਾਂ ਪਵਿੱਤਰ ਹੋਇਆ ਸੀ। ਪਰ ਹੌਲੀ ਹੌਲੀ ਲੋਕਾਂ ਨੇ ਵਹੀਰਾਂ ਘੱਤ ਲਈਆਂ, ਜਾਣਾ ਇਸ਼ਨਾਨ ਕਰਨਾ ਤੇ ਵਾਪਸ ਆ ਜਾਣਾ। ਕਈ ਵਾਰੀ ਤਾਂ ਮਹਾਰਾਜ ਦੇ ਬਚਨ ਵੀ ਪੜ੍ਹਦੇ ਆ, ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀਏ ਸੋਰ, ਕਿ ਉੱਥੇ ਜਾ ਕਰਕੇ ਕੋਈ ਵੱਡਾ ਔਗਣ ਹੋਰ ਕਰੇ ਆਉਣਾ। ਤੇ ਉਹ ਜਿਹੜੇ ਤੀਰਥ ਸਨ ਕਲਯੁਗ ਦੇ ਸਮੇਂ ਅੰਦਰ, ਉਹ ਵੀ ਜਿਹੜੇ ਸਨ ਮੈਲ ਦੇ ਨਾਲ ਭਰ ਗਏ। ਹੁਣ ਪਹਿਲਾਂ ਤੇ ਭਗਤੀ ਕਰਨ ਵਾਲਾ ਉੱਥੇ ਬੈਠਾ ਤੇ ਤਾਂ ਪਵਿੱਤਰ ਹੋਏ ਸਨ, ਪਰ ਲੋਕਾਂ ਨੇ ਆਪਣੇ ਪਾਪ ਛੱਡਣੇ ਸ਼ੁਰੂ ਕੀਤੇ ਤੇ ਉਹ ਤੀਰਥ ਵੀ ਜਿਹੜੇ ਸਨ ਮੈਲ ਨਾਲ ਭਰੇ ਗਏ। ਹੁਣ ਉਹ ਤੀਰਥ ਚਾਹੁੰਦੇ ਹਨ ਕਿ ਸਾਡੇ ਵਿੱਚ ਕੋਈ ਕਮਾਈ ਵਾਲਾ ਆ ਕੇ ਆਪਣੇ ਚਰਨ ਪਾਵੇ, ਸਾਨੂੰ ਆਪਣੀ ਚਰਨ ਧੂੜੀ ਦੇਵੇ ਤੇ ਅਸੀਂ ਪਵਿੱਤਰ ਹੋ ਸਕੀਏ। ਤੇ ਜਦੋਂ ਕੋਈ ਨਾ ਕਿਤੇ ਢੋ ਮਿਲਿਆ ਤੇ ਫਿਰ ਉਹ ਕਲਯੁਗ ਦੇ ਜਿਹੜੇ ਤੀਰਥ ਹਨ, ਇਹ ਧਰਤੀ ਦੇ ਤੀਰਥ ਹਨ, ਇਸ ਸਮੇਂ ਸਾਰੇ ਆ ਕਰਕੇ ਅੰਮ੍ਰਿਤਸਰ ਆ ਵਸੇ ਹਨ। ਕਿਉਂਕਿ ਇੱਥੇ ਆਪਾਂ ਦਰਸ਼ਨ ਕਰਦੇ ਹਾਂ 68 ਘਾਟ ਤੇ 68 ਤੀਰਥ ਜਿਹੜੇ ਹਨ ਉਹ ਮੁੱਖ ਮੰਨੇ ਨੇ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸਾ ਪਾਵਨ ਤਾਲ ਲਵਾਇਆ ਕਿ ਜਿੱਥੇ 68 ਤੀਰਥਾਂ ਨੇ ਆ ਕੇ ਨਿਵਾਸ ਕੀਤਾ। ਕਿਉਂਕਿ ਜਿੱਥੇ ਵੱਡਾ ਹੋਵੇ ਤੇ ਛੋਟੇ ਆਪੇ ਚੱਲ ਕੇ ਉੱਥੇ ਆਉਂਦੇ। ਛੋਟੀਆਂ ਛੋਟੀਆਂ ਨਗਰੀਆਂ ਸਨ ਦੇਵਤਿਆਂ ਦੀਆਂ, ਪਰ ਇਹ ਹਰੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਆਪਣਾ ਸਥਾਨ ਹੈ। ਇਸ ਲਈ ਸਾਰੇ ਇੱਥੇ ਆ ਕਰਕੇ ਪਵਿੱਤਰਤਾ ਚਾਹੁੰਦੇ ਹਨ। ਇਸ ਲਈ ਮਹਾਰਾਜ ਕਹਿੰਦੇ ਨੇ ਸਾਰੇ ਤੀਰਥ ਜਿਹੜੇ ਨੇ ਉਹ ਪਵਿੱਤਰ ਹੋਣ ਵਾਸਤੇ ਇੱਥੇ ਆ ਟੁਕੇ ਹਨ। ਇਕ ਤਾਂ ਜਲ ਕੋ ਤੀਰਥ ਮਹਾ, ਇੱਕ ਤਾਂ ਇਹ ਜਲ ਦਾ ਮਹਾਨ ਤੀਰਥ ਹੈ ਜਿੱਥੇ ਮਹਾਨ ਸਰੋਵਰ ਸਤਿਗੁਰਾਂ ਨੇ ਰਚਿਆ ਹੈ, ਜਿਹਦੇ ਬਾਰੇ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ। ਰਾਮਦਾਸ ਸਰੋਵਰ ਨੀਕਾ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੇ ਸੋ ਕੁਲ ਤਰਾਵੈ, ਉਦਾਰ ਹੁਆ ਹੈ ਜੀ ਕਾ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇੱਕ ਤਾਂ ਇੱਥੇ ਮਹਾਨ ਸਰੋਵਰ ਹੈ ਤੇ ਇਹ ਮਹਾਨ ਤੀਰਥ ਹੈ। ਦੁਤੇ ਨਾਮ ਕੋ ਤੀਰਥ ਇਹਾ, ਦੂਜਾ ਮਹਾਰਾਜ ਕਹਿੰਦੇ ਨਾਮ ਦਾ ਇਹ ਵੱਡਾ ਤੀਰਥ ਹੈ। ਠੀਕ ਹੈ, ਤੀਰਥ ਦੀ ਮਹਾਨਤਾ ਹੈ, ਪਰ ਮਹਾਨਤਾ ਤਾਂ ਹੈ ਜੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੋ। ਤੇ ਜੇ ਇਕੱਲਾ ਹੀ ਉਹ ਪਾਣੀ ਦਾ ਕੋਈ ਚਸ਼ਮਾ ਹੋਵੇ, ਪਾਣੀ ਦਾ ਤਲਾ ਹੋਵੇ, ਪਾਣੀ ਦੀ ਨਦੀ ਹੋਵੇ, ਜੇ ਕਿਸੇ ਨੇ ਉੱਥੇ ਬੰਦਗੀ ਕੀਤੀ ਪਵਿੱਤਰ ਤਾਂ ਹੋਇਆ, ਪਰ ਬਾਅਦ ਵਿੱਚ ਉੱਥੇ ਨਾਮ ਦਾ ਪ੍ਰਵਾਹ ਨਾ ਚੱਲਣ ਕਰਕੇ ਹੁਣ ਕਿੰਨੇ ਕੁ ਪਾਪ ਉਹ ਜਿਹੜਾ ਜਲ ਸੀ ਧੋ ਸਕਦਾ ਸੀ। ਇਸ ਲਈ ਇੱਥੇ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਵਰਤੀਆਂ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਲ ਤਾਲ ਦੇ ਅੰਦਰ, ਗੁਰੂ ਰਾਮਦਾਸ ਜੀ ਨੇ ਪਾਵਨ ਤਾਲ ਰਚਿਆ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਪਾਵਨ ਤਾਲ ਦੇ ਅੰਦਰ ਹਰਮੰਦਰ ਸਾਹਿਬ ਦੀ ਰਚਨਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਅੱਠੇ ਪੈਰ ਇੱਥੇ ਨਾਮ ਦਾ ਪ੍ਰਵਾਹ ਚੱਲਦਾ ਹੈ। ਜਿੱਥੇ ਨਾਮ ਦਾ ਪ੍ਰਵਾਹ ਚੱਲਦਾ ਹੈ ਉੱਥੇ ਸਦਾ ਹੀ ਬਰਕਤਾਂ ਵਰਤਦੀਆਂ ਹਨ। ਇਸ ਲਈ ਇਹ ਜਿਹੜਾ ਸਰੋਵਰ ਸੀ ਇਹ ਤਾਂ ਤੀਰਥ ਹੈ ਹੀ, ਪਰ ਇਹ ਸਦਾ ਪਵਿੱਤਰ ਤਾਂ ਹੈ ਕਿਉਂਕਿ ਅੱਠੇ ਪੈਰ ਇਹਦੇ ਅੰਦਰ ਨਾਮ ਦਾ ਪ੍ਰਵਾਹ ਚੱਲਦਾ ਹੈ। ਇੱਥੇ ਹੋਰ ਕੋਈ ਦੁਨਿਆਵੀ ਗੱਲਾਂ ਨਹੀਂ, ਇੱਥੇ ਕੋਈ ਸਿਆਸੀ ਗੱਲਾਂ ਨਹੀਂ, ਇੱਥੇ ਕੇਵਲ ਤਾਂ ਕੇਵਲ ਅੱਠੇ ਪਹਿਰ ਹਰ ਮੰਦਰ ਹਰ ਸਾਜਿਆ ਸੰਤ ਭਗਤ ਗੁਣ ਗਾਵੈ ਰਾ। ਹਰ ਮੰਦਰ ਦੀ ਰਚਨਾ ਹੀ ਤਾਂ ਹੋਈ ਹੈ, ਇੱਥੇ ਸੰਤ ਭਗਤ ਪਰਮੇਸ਼ਰ ਦੇ ਗੁਣ ਗਾਉਂਦੇ ਹਨ। ਦਰਵਾਜ਼ੇ 4 ਨੇ, ਰਸਤਾ ਇੱਕ ਹੈ, ਭਾਵ ਚਾਰੇ ਵਰਨਾਂ ਵਾਲੇ ਚਾਰੇ ਦਿਸ਼ਾਵਾਂ ਵਾਲੇ ਇੱਥੇ ਆਉਣਗੇ, ਪਰ ਗੱਲ ਇੱਥੇ ਅਕਾਲ ਪੁਰਖ ਹਰੀ ਪਰਮਾਤਮਾ ਦੀ ਹੋਵੇਗੀ, ਉਹ ਹੋ ਰਹੀ ਹੈ। ਇਸ ਲਈ ਮਹਾਰਾਜ ਕਹਿੰਦੇ ਤਾਲ ਤਾਂ ਤੀਰਥ ਹੈ, ਪਰ ਤਾਲ ਦੇ ਵਿੱਚ ਜਿਹੜਾ ਨਾਮ ਦਾ ਪ੍ਰਵਾਹ ਚੱਲ ਰਿਹਾ ਉਹ ਸਭ ਤੋਂ ਵੱਡਾ ਤੀਰਥ ਹੈ। ਬ੍ਰਹਮ ਗਿਆਨੀ ਆਦਿਕ ਬੜ ਸੰਤ, ਗੁਰਦੇਵ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਨੇ ਵੱਡੇ ਸੰਤ ਹਨ। ਇਸਕੇ ਤਟ ਪਰ ਬ੍ਰਿੰਦ ਬਸੰਤ, ਇਸ ਦੇ ਤਟ ਕੰਢੇ ਤੇ ਬੈਠ ਕੇ ਬ੍ਰਿੰਦ ਬਹੁਤੇ ਜਿਹੜੇ ਹਨ ਕਮਾਈ ਵਾਲੇ ਬੈਠ ਕੇ ਭਗਤੀ ਕਰਦੇ ਹਨ। ਸ੍ਰੀ ਮੁਖ ਵਾਕ, ਹਾਂਜੀ, ਗੰਗਾ ਜਮਨਾ ਗੋਦਾਵਰੀ ਸਰਸਵਤੀ। ਹਾਂ, ਇਹ ਸਨਾਤਨ ਮਤ ਦੇ ਤੀਰਥ ਨੇ, ਗੰਗਾ, ਜਮਨਾ, ਗੋਦਾਵਰੀ ਤੇ ਸਰਸਵਤੀ। ਇਹ ਸਨਾਤਨ ਮਤ ਦੇ ਵੱਡੇ ਤੀਰਥ ਹਨ। ਤੇ ਕਰੇ ਉਦਮ ਧੂਰ ਸਾਧੂ ਕੀ ਤਾਈ, ਪਰ ਇਹ ਵੀ ਹੁਣ ਚਾਹੁੰਦੇ ਹਨ, ਕੀ ਚਾਹੁੰਦੇ ਨੇ? ਉਦਮ ਕਰਦੇ ਨੇ, ਇੱਛਾ ਰੱਖਦੇ ਨੇ, ਉਦਮ ਧੂਰ ਸਾਧੂ ਕੀ ਤਾਈ, ਕਿ ਸਾਨੂੰ
ਸਾਧੂ ਸਾਧੂ ਹੁੰਦਾ ਸਾਧ ਨਾਮ ਨਿਰਮਲ ਤਾਕੇ ਕਰ, ਸਾਧ 9 ਦੁਆਰੇ ਸਾਧ ਸਾਧ ਸਦਾਇਆ। ਭਾਈ ਗੁਰਦਾਸ ਜੀ ਕਹਿੰਦੇ ਜਿਹਨੇ 9 ਦੁਆਰਿਆਂ ਨੂੰ ਸਾਧ ਲਿਆ। ਗੱਲਾਂ ਕਰਨੀਆਂ ਸੌਖੀਆਂ, ਪਰ 9 ਦੁਆਰਿਆਂ ਨੂੰ 9 ਗੌਲਕਾਂ ਨੂੰ ਸਾਧਣਾ ਬਹੁਤ ਕਠਿਨ ਹੈ। ਇਹ ਸਾਧੇ ਤਾਂ ਜਾਂਦੇ ਜੇ ਮਨ ਦੀ ਸਾਧਨਾ ਹੋਵੇ। ਜਿਹਦਾ ਮਨ ਸਾਧਿਆ ਗਿਆ ਉਹ ਫਿਰ 9 ਦੁਆਰੇ ਉਹਦੇ ਵਸ ਵਿੱਚ ਆ ਜਾਂਦੇ। ਉਹਨੂੰ ਕਿਹਾ ਭਾਈ ਗੁਰਦਾਸ ਜੀ ਨੇ, ਉਹ ਸਾਧੂ ਹੈ, ਉਹ ਕਮਾਈ ਵਾਲਾ ਜਿਹੜਾ 8 ਪਹਿਰ ਜਿਹਦਾ ਮਨ ਹਿਰਦਾ ਨਾਮ ਵਿੱਚ ਰੰਗਿਆ, ਜਿਹਦਾ ਅੰਤਸ਼ਕਰਨ ਪਵਿੱਤਰ ਹੈ। ਉਹਨਾਂ ਦਾ ਜੀਵਨ ਤਾਂ ਐਸਾ ਹੈ ਕਿ ਉਹਨਾਂ ਦੇ ਕੋਲ ਬੈਠਿਆਂ ਵੀ, ਜਦੋਂ ਕਮਾਈ ਵਾਲਿਆਂ ਦੇ ਕੋਲ ਬੈਠ ਜਾਈਏ ਤੇ ਉਹਨਾਂ ਪਾਸ ਸੁਗੰਧੀ ਹੀ ਇੰਨੀ ਕਿ ਉੱਠਣ ਦਾ ਚਿੱਤ ਨਹੀਂ ਕਰਦਾ। ਤੇ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ, ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਆਰਾਮਪੁਰ ਖੇੜੇ ਵਾਲਿਆਂ ਦਾ, ਸੋਨਾ ਦਾ ਜੀਵਨ ਵੀ ਜਦੋਂ ਪੜ੍ਹ ਲਈਏ, ਐਸੀ ਕਮਾਈ ਵਾਲੀਆਂ ਰੂਹਾਂ ਤੇ ਉਹਨਾਂ ਦੀ ਚਰਨ ਧੂੜ ਜਿਹੜਾ ਹੈ ਉਹ ਇਹ ਤੀਰਥ ਲੋਚਦਾ ਹੈ ਕਿ ਇਹਨੇ ਨਾਮ ਜਪਣ ਵਾਲੇ ਆਉਣ ਤੇ ਮੇਰੇ ਵਿੱਚ ਆਪਣੀ ਧੂੜ ਦੇਣ ਤੇ ਮੈਂ ਵੀ ਪਵਿੱਤਰ ਹੋ ਸਕਾਂ। ਇਹ ਤੀਰਥ ਲੋਚਦੇ ਹਨ। ਕਿਲਵਕ ਮੈਲ ਭਰੇ ਪਰੇ ਹਮਰੇ ਵਿੱਚ। ਕਲਯੁਗ ਦੇ ਸਮੇਂ ਅੰਦਰ ਲੋਕ ਬਹੁਤ ਪਾਪ ਕਰਦੇ, ਮੈਲ ਦੇ ਨਾਲ ਭਰੇ ਹੋਏ ਨੇ। ਫਿਰ ਪਰੇ ਹਮਰੇ ਵਿੱਚ, ਮੈਲ ਦੇ ਨਾਲ ਭਰੇ ਹੋਏ ਸਾਡੇ ਵਿੱਚ ਆਉਂਦੇ। ਹੁਣ ਕੱਲਾ ਕੇਵਲ ਆਪਾਂ ਕਹਿ ਕੇ ਦ੍ਰਿਸ਼ਟਾਂਤ ਦਈਏ ਤੇ ਕਈਆਂ ਦੇ ਮਨ ਵਿੱਚ ਸ਼ੰਕਾ ਆ ਜਾਵੇ ਕਿ ਜੀ ਕਿਸ ਤਰ੍ਹਾਂ ਲੋਕਾਂ ਦੇ ਪਾਪ ਤੀਰਥ ਧੋਂਦਾ ਹੈ। ਪਰ ਇੱਥੇ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਬਾਣੀ ਅੰਦਰ ਪੜ੍ਹਦੇ ਹਾਂ ਨਾ ਕਿ ਕਿਲ ਬਿਖ ਮੈਲ ਭਰੇ ਪਰੇ ਹਮਰੇ ਵਿੱਚ। ਕਲਯੁਗ ਦੇ ਸਮੇਂ ਅੰਦਰ ਪਾਪਾਂ ਦੇ ਨਾਲ ਭਰੇ ਹੋਏ ਲੋਕ ਇਹ ਤੀਰਥ ਕਹਿੰਦੇ ਨੇ ਕਿ ਸਾਡੇ ਵਿੱਚ ਆਉਂਦੇ ਨੇ ਤੇ ਫਿਰ ਉਹ ਜਿਹੜੀ ਮੈਲ ਹੈ ਸਾਡੇ ਵਿੱਚ ਛੱਡ ਜਾਂਦੇ ਹਨ। ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਹੁਣ ਇਹ ਤੀਰਥਾਂ ਦੇ ਅੰਦਰ ਜਿਹੜੀ ਮੈਲ ਹੈ ਇਹ ਕਿਸ ਤਰ੍ਹਾਂ ਦੂਰ ਹੁੰਦੀ ਹੈ ਤੇ ਗੁਰਦੇਵ ਕਹਿੰਦੇ ਨੇ ਇਹ ਤੀਰਥ ਕਹਿੰਦੇ ਹਨ ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਇਹ ਸਾਰੇ ਤੀਰਥ ਗੰਗਾ ਜਮਨਾ ਗੋਦਾਵਰੀ ਸਰਸਵਤੀ ਸਾਧੂ ਦੀ ਧੂੜ ਲੋਚਦੇ ਨੇ ਕਿ ਮੈਲ ਦੇ ਨਾਲ ਭਰੇ ਹੋਏ ਲੋਕ ਆਉਂਦੇ ਨੇ ਤੇ ਸਾਡੇ ਵਿੱਚ ਆਪਣੀ ਪਾਪਾਂ ਦੀ ਮੈਲ ਛੱਡ ਜਾਂਦੇ ਨੇ। ਪਰ ਜਦੋਂ ਸਾਧੂ ਦੀ ਧੂੜ ਇਹ ਸਾਨੂੰ ਮਿਲਦੀ ਹੈ ਨਾ, ਚਰਨ ਛੋਹ ਮਿਲਦੀ ਹੈ, ਉਹ ਸਾਡੇ ਵਿੱਚ ਪਵਿੱਤਰ ਚਰਨ ਪਾਉਂਦੇ ਨੇ ਤੇ ਸਾਡੀ ਮੈਲ ਜਿਹੜੀ ਉਹ ਦੂਰ ਹੁੰਦੀ ਹੈ, ਫਿਰ ਅਸੀਂ ਪਵਿੱਤਰ ਹੁੰਨੇ ਆ। ਚਾਉ ਪਈ ਗਨ ਅਗ ਕਰ ਪ੍ਰਾਨੀ ਜੇ ਮੱਜਤ। ਗੁਰਦੇਵ ਕਹਿੰਦੇ ਨੇ ਬਹੁਤੇ ਪਾਪਾਂ ਦੇ ਨਾਲ ਭਰਿਆ ਹੋਇਆ ਜੀਵ ਜਦੋਂ ਆ ਕੇ ਇਸ਼ਨਾਨ ਕਰਦਾ ਹੈ, ਤੀਰਥ ਮਹਾ ਬਿਖੈ ਸਭ ਤਜਤ। ਆਪਣੇ ਜਿਹੜੇ ਪਾਪ ਹਨ ਉਹ ਤੀਰਥ ਵਿੱਚ ਛੱਡ ਕੇ ਜਾਂਦਾ ਹੈ। ਪਾਪਨ ਤੇ ਆਕੁਲ ਹੋਏ ਆਵਤ। ਫਿਰ ਉਹਨਾਂ ਜੀਵਾਂ ਦੇ ਪਾਪੀਆਂ ਦੇ ਪਾਪਾਂ ਕਰਕੇ ਜਿਹੜੇ ਤੀਰਥ ਨੇ ਉਹ ਬੜੇ ਵਿਆਕੁਲ ਹੁੰਦੇ, ਦੁਖੀ ਹੁੰਦੇ ਹਨ। ਇਹਾਂ ਧੂਰ ਸੰਤਨ ਕੀ ਪਾਵਤ। ਫਿਰ ਉਹ ਚਾਹੁੰਦੇ ਹਨ ਕਿ ਸਾਨੂੰ ਸੰਤਾਂ ਦੀ ਚਰਨ ਧੂੜ ਮਿਲੇ, ਕਮਾਈ ਵਾਲੇ ਸਾਡੇ ਵਿੱਚ ਆਪਣੇ ਮੁਬਾਰਕ ਚਰਨ ਪਾਉਣ। ਕਥਾ ਕੀਰਤਨ ਸੁਨ ਕਰ ਤਬ ਹੀ। ਫਿਰ ਕਥਾ ਅਤੇ ਕੀਰਤਨ ਦਾ ਪ੍ਰਵਾਹ ਜਿੱਥੇ ਚੱਲਦਾ ਹੈ, ਤੀਰਥ ਗਨ ਪਾਵਨ ਹੋਏ ਸਭ ਹੀ। ਉਹ ਜਿਹੜੇ ਤੀਰਥ ਹਨ ਸਾਰੇ ਪਵਿੱਤਰ ਹੋ ਜਾਂਦੇ ਨੇ। ਹੁਣ ਜਾਂ ਤੇ ਕਮਾਈ ਵਾਲਾ ਚਰਨ ਪਾਵੇ ਜਾਂ ਫਿਰ ਕੀਰਤਨ ਕਥਾ ਦਾ ਪ੍ਰਵਾਹ ਚੱਲੇ ਤਾਂ ਉਹਨੂੰ ਪਵਿੱਤਰਤਾ ਮਿਲਦੀ। ਪਰ ਹਰਿਮੰਦਰ ਸਾਹਿਬ ਇਹ ਐਸਾ ਪਾਵਨ ਅਸਥਾਨ ਹੈ ਜਿੱਥੇ ਨਾਮ ਰਸੀਏ ਕਮਾਈ ਵਾਲੇ ਤਾਂ ਆਉਂਦੇ ਹੀ ਨੇ, ਉਹ ਤਾਂ ਆਪਣੀ ਚਰਨ ਧੂੜ ਇਹਨਾਂ ਤੀਰਥਾਂ ਨੂੰ ਦਿੰਦੇ ਨੇ। ਪਰ ਜਦੋਂ 8 ਪਹਿਰ ਨਾਮ ਦਾ ਪ੍ਰਵਾਹ ਚੱਲਦਾ ਹੈ ਤੇ ਫਿਰ ਇਹ ਤੀਰਥ ਤਾਂ ਪਵਿੱਤਰ ਹੈ। ਇਸ ਲਈ ਕਿਸੇ ਮੱਤ ਦਾ ਖੰਡਨ ਨਹੀਂ ਹੈ ਕਿ ਕਿਸੇ ਮੱਤ ਦਾ ਕੋਈ ਤੀਰਥ ਛੋਟਾ ਹੋਵੇ। ਸਾਰਿਆਂ ਦੀ ਆਪਣੀ ਮਹਾਨਤਾ ਹੈ, ਪਰ ਮਹਾਨਤਾ ਨਾਮ ਕਰਕੇ ਬਣੀ। ਪਰ ਹੁਣ ਕੋਈ ਉੱਥੇ ਕਮਾਈ ਕਰੇ, ਪ੍ਰਵਾਹ ਚੱਲੇ ਨਾਮ ਦਾ, ਤਾਂ ਉਹਨਾਂ ਨੂੰ ਪਵਿੱਤਰਤਾ ਮਿਲੇ ਨਾ, ਤੇ ਬਹੁਤ ਦੇਖਣ ਨੂੰ ਮਿਲਦਾ ਹੈ। ਚਲੋ ਇਹ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਬਹੁਤ ਵੱਡੇ ਵੱਡੇ ਉਹ ਕੰਮ ਕਰਦੀਆਂ ਨੇ, ਪਰ ਜਿਹੜੇ ਘੱਟੋ ਘੱਟ ਪਾਵਨ ਤੀਰਥ ਨੇ ਉਹਨਾਂ ਲਾਗੋਂ ਆ ਨਸ਼ਿਆਂ ਦੀਆਂ ਦੁਕਾਨਾਂ, ਪਾਨ ਬੀੜੀ ਦੀਆਂ, ਤੰਬਾਕੂ ਦੀਆਂ ਦੁਕਾਨਾਂ ਤਾਂ ਚੁਕਾਉਣੀਆਂ ਚਾਹੀਦੀਆਂ ਨੇ। ਤੀਰਥ ਭਾਵੇਂ ਕਿਸੇ ਮੱਤ ਦਾ ਹੋਵੇ, ਭਾਵੇਂ ਉਹ ਸਨਾਤਨ ਮੱਤ ਦਾ ਹੈ, ਭਾਵੇਂ ਅਸਥਾਨ ਧਰਮ ਅਸਥਾਨ ਜਿਹੜੇ ਉਹ ਇਸਲਾਮ ਮੱਤ ਦੇ ਨੇ, ਪਰ ਉਹਨਾਂ ਲਾਗੋਂ ਆ ਜਿਹੜੀਆਂ ਨਸ਼ਿਆਂ ਦੀਆਂ ਦੁਕਾਨਾਂ ਜੇ ਕੋਲ ਖੋਲੀਆਂ ਹੋਣ ਤੇ ਕੀ ਆਪਾਂ ਉਹ ਤੀਰਥ ਦੀ ਪਵਿੱਤਰਤਾ ਵੱਲ ਦੇਖੀਏ। ਇਸ ਕਰਕੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਚਲੋ ਆਪਣੀ ਸਿਆਸਤ ਕਰਨੀ ਹੈ ਤੁਸੀਂ ਕਰੀ ਜਾਓ, ਪਰ ਥੋੜ੍ਹਾ ਬਹੁਤਾ ਆਹ ਕੰਮ ਤਾਂ ਕਰੋ। ਇਸ ਕਰਕੇ ਬਾਰ-ਬਾਰ ਜਿਹੜੀਆਂ ਸਿੰਘ ਸਭਾਵਾਂ ਲਹਿਰਾਂ ਵੀ ਚੱਲੀਆਂ, ਪੰਜਾਬੀ ਸੂਬੇ ਵਿੱਚ ਵੀ ਇਹ ਮੰਗ ਰੱਖੀ ਗਈ। ਸੋ ਅਜੋਕੇ ਸਮੇਂ ਵਿੱਚ ਵੀ ਸਿੱਖਾਂ ਦੀ ਮੰਗ ਹੈ ਕਿ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ
ਦਿੱਤਾ ਜਾਵੇ। ਪਰ ਜੇ ਪਵਿੱਤਰ ਸ਼ਹਿਰ ਦਾ ਦਰਜਾ ਤਾਂ ਹੀ ਮਿਲੇ ਨਾ, ਆ ਜਿਹੜੀਆਂ ਨਸ਼ਿਆਂ ਦੀਆਂ ਦੁਕਾਨਾਂ ਨੇ ਇਹ ਬਾਹਰ ਕੀਤੀਆਂ ਜਾਣ। ਸੋ ਦੇਖ ਕੇ ਬੜਾ ਅਫਸੋਸ ਹੁੰਦਾ ਹੈ ਕਿ ਨੇੜੇ ਨੇੜੇ ਤੰਬਾਕੂ ਦੀਆਂ, ਬੀੜੀ ਦੀਆਂ ਦੁਕਾਨਾਂ, ਪਾਨ ਦੀਆਂ ਦੁਕਾਨਾਂ, ਇੱਥੋਂ ਤੱਕ ਕਿ ਸਰਕਾਰ ਨੇ ਹੁਣ ਤਾਂ ਬਹੁਤ ਸ਼ਰਾਬ ਦੇ ਠੇਕੇ ਵੀ ਖੋਲ੍ਹ ਰੱਖੇ ਨੇ। ਇਸ ਕਰਕੇ ਮਨ ਦੁਖਦਾ ਹੈ ਕਿ ਤੀਰਥ ਦੀ ਪਵਿੱਤਰਤਾ ਨੂੰ ਸਮਝਣਾ ਚਾਹੀਦਾ, ਭਾਵੇਂ ਕਿਸੇ ਮੱਤ ਦਾ ਤੀਰਥ ਹੋਵੇ। ਉਦੋਂ ਵੀ ਦੁੱਖ ਲੱਗਦਾ ਹੈ ਜਦੋਂ ਕਿਤੇ ਸਨਾਤਨ ਮੱਤ ਵਾਲਿਆਂ ਦੇ ਤੀਰਥਾਂ ਦੇ ਵਿੱਚ ਨਸ਼ਿਆਂ ਵਾਲੀਆਂ ਚੀਜ਼ਾਂ ਪਈਆਂ ਦਿਸਦੀਆਂ ਹਨ। ਇਸ ਕਰਕੇ ਜਿਹੜੇ ਤੀਰਥ ਚਾਹੁੰਦੇ ਹਨ ਕਿ ਸਾਨੂੰ ਕੋਈ ਆਪਣਾ ਕਮਾਈ ਵਾਲਾ ਚਰਨ ਧੂੜ ਬਖਸ਼ੇ, ਚਰਨ ਪਾਵੇ ਤੇ ਅਸੀਂ ਪਵਿੱਤਰ ਹੋ ਸਕੀਏ। ਮਹਾਰਾਜ ਕਹਿੰਦੇ ਜਿੱਥੇ ਨਾਮ ਦਾ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਉਹ ਤੀਰਥ ਪਵਿੱਤਰ ਹੁੰਦਾ ਹੈ। ਸਿੱਖਨ ਬੂਝਿਓ ਜਗ ਮਹਿ ਜੋਵੈ। ਹੁਣ ਇਹ ਦੋਨੇ ਸਿੱਖ ਜਿਹੜੇ ਸਨ ਸਤਿਗੁਰਾਂ ਨੂੰ ਪੁੱਛਣ ਲੱਗੇ, ਜਲ ਸੋ ਮਲ ਕਰ ਮਲ ਕੋ ਖੋਵੈ। ਮਹਾਰਾਜ ਸਾਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਇਸ਼ਨਾਨ ਕਰਕੇ ਜੀਵ ਆਪਣੇ ਪਾਪ ਜਿਹੜੇ ਹਨ ਉਹ ਤੀਰਥ ਵਿੱਚ ਛੱਡਦੇ ਹਨ। ਚਰਨ ਧੂਰ ਤੇ ਮਲ ਕਿਮ ਜਾਵੈ। ਫਿਰ ਕਮਾਈ ਵਾਲਿਆਂ ਦੇ ਚਰਨ ਪੈਣ ਦੇ ਨਾਲ ਉਹ ਤੀਰਥ ਦੀ ਮੈਲ ਕਿਸ ਤਰ੍ਹਾਂ ਦੂਰ ਹੋ ਜਾਂਦੀ ਹੈ। ਸੁਨ ਸਤਿਗੁਰ ਦ੍ਰਿਸ਼ਟਾਂਤ ਬਤਾਵੈ। ਸੁਣ ਕੇ ਇਹਨਾਂ ਦੀ ਬੇਨਤੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦ੍ਰਿਸ਼ਟਾਂਤ ਦਿੱਤਾ ਹੈ। ਸੱਜੀ ਸਾਬਣ ਮਲ ਹੀ ਹੋਵੈ। ਮਹਾਰਾਜ ਕਹਿੰਦੇ ਜਦੋਂ ਕੋਈ ਬਹੁਤ ਪਲੀਤਿਆ ਕੱਪੜਾ ਹੋਵੇ, ਉਸ ਪਲੀਤੇ ਹੋਏ ਕੱਪੜ ਨੂੰ ਸਾਬਣ ਨਾਲ ਧੋਤਾ ਜਾਵੇ। ਤਿਨ ਤੇ ਮਲ ਬਸਤਰਨ ਕੀ ਧੋਵੈ। ਫਿਰ ਉਹ ਸਾਬਣ ਦੇ ਨਾਲ ਬਸਤਰਾਂ ਦੀ ਮੈਲ ਧੋਤੀ ਜਾਂਦੀ ਹੈ। ਤਿਮ ਸੰਤਨ ਪਦ ਰਜ ਅਤ ਪਾਵਨ। ਇਸ ਤਰ੍ਹਾਂ ਸੰਤਾਂ ਦੇ, ਸੰਤ ਕੌਣ? ਜਿਹੜੇ ਨਾਮ ਰਸੀਏ ਹਨ, ਅੱਠੇ ਪੈਰ ਨਾਮ ਵਿੱਚ ਲੀਨ ਰਹਿੰਦੇ। ਕਿਸੇ ਵੱਖਰੇ ਮੱਤ ਦੀ ਗੱਲ ਨਹੀਂ ਕੀਤੀ, ਵੱਖਰੇ ਪਹਿਰਾਵੇ ਦੀ ਗੱਲ ਨਹੀਂ ਕੀਤੀ। ਸੰਤ ਉਹ ਹੈ ਜਿਨ੍ਹਾਂ ਸਾਸ ਗਰਾਸਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਉਹ ਜਦੋਂ ਆਪਣੇ ਚਰਨ ਇਹਨਾਂ ਤੀਰਥਾਂ ਵਿੱਚ ਪਾਉਂਦੇ ਹਨ, ਹੈ ਸਮਰੱਥ ਗਨ ਪਾਪਨ ਸਾਵਨ। ਫਿਰ ਉਹ ਸਮਰੱਥ ਹਨ, ਇਹਨਾਂ ਪਾਪਾਂ ਨੂੰ ਨਾਸ਼ ਕਰਨ ਦੀ ਸਮਰੱਥਾ ਰੱਖਦੇ। ਜਿਸ ਤਰ੍ਹਾਂ ਸਾਬਣ ਵਿੱਚ ਸਮਰੱਥਾ ਹੈ ਨਾ ਕਿ ਉਹ ਜਿੰਨਾ ਮਰਜੀ ਮਲੀਨ ਕੱਪੜਾ ਹੋਵੇ ਉਸ ਨੂੰ ਸਾਫ਼ ਕਰ ਦਿੰਦਾ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ। ਫਿਰ ਵਸਤਰ ਦੀ ਪਵਿੱਤਰਤਾ ਹੁੰਦੀ। ਇਸੇ ਤਰ੍ਹਾਂ ਸੰਤਾਂ ਵਿੱਚ, ਕਮਾਈ ਵਾਲਿਆਂ ਵਿੱਚ, ਉਹਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਜਿੱਥੇ ਉਹ ਆਪਣੇ ਮੁਬਾਰਕ ਚਰਨ ਪਾਉਂਦੇ ਨੇ ਉਹ ਥਾਂ ਨੂੰ ਪਵਿੱਤਰ ਕਰਦੇ ਹਨ। ਤਿਮ ਗੁਰ ਸ਼ਬਦ ਸ਼ਰਵਨ ਧੁਨ ਪਾਰੇ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਨੇ ਜਿੱਥੇ ਸ਼ਬਦ ਦੀ ਧੁਨੀ ਕੰਨੀ ਪੈਂਦੀ ਹੈ, ਪ੍ਰੇਮਾ ਭਗਤ ਉਪਾਵਨ ਕਰੇ। ਉੱਥੇ ਪ੍ਰਮਾਤਮਾ ਪ੍ਰਤੀ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਸਭ ਥਲ ਜਲ ਕੋ ਤੀਰਤ ਆਹ। ਫਿਰ ਸਾਰੇ ਮਹਾਰਾਜ ਕਹਿੰਦੇ ਨੇ ਕਿ ਸਾਰੇ ਤੀਰਥਾਂ ਦਾ ਇਹ ਮਹਾਨ ਤੀਰਥ ਹੈ। ਅਦਕ ਨਾਮ ਕੋ ਤੀਰਤ ਇਹ। ਹਾਂ, ਵੱਡੇ ਨਾਮ ਦਾ ਜਿੱਥੇ ਪ੍ਰਵਾਹ ਚੱਲ ਰਿਹਾ ਹੈ। ਗੁਰਦੇਵ ਕਹਿੰਦੇ ਦੋਵੇਂ ਤਰ੍ਹਾਂ ਦੇ ਪ੍ਰਵਾਹ ਇੱਥੇ ਚੱਲ ਰਹੇ ਨੇ। ਇੱਥੇ ਜਲ ਵੀ ਪਵਿੱਤਰ ਹੈ ਕਿਉਂਕਿ ਸੰਤ ਭਗਤ ਕਮਾਈ ਵਾਲੇ ਨਾਮ ਰਸੀਏ ਇੱਥੇ ਆ ਕਰਕੇ ਇਸ਼ਨਾਨ ਕਰਦੇ। ਫਿਰ ਇਹ ਥਾਂ ਹੋਰ ਪਵਿੱਤਰ ਹੈ ਜਿੱਥੇ ਅੱਠੇ ਪੈਰ ਨਾਮ ਦਾ, ਬਾਣੀ ਦਾ, ਕੀਰਤਨ ਦਾ ਪ੍ਰਵਾਹ ਸਦਾ ਚੱਲਦਾ ਹੈ। ਵਿੱਚ ਜਹਾਜ਼ ਸਮ ਸ਼੍ਰੀ ਹਰਮੰਦਰ। ਜਹਾਜ਼ ਦੇ ਸਮਾਨ ਸ਼੍ਰੀ ਹਰਮੰਦਰ ਸਾਹਿਬ ਵਿੱਚ ਬਣਾਇਆ ਹੈ। ਜਿਸ ਮੋ ਨਾਮ ਮੁਹਾਣਾ ਸੁੰਦਰ। ਗੁਰਦੇਵ ਕਹਿੰਦੇ ਨੇ ਜਿਸ ਵਿੱਚ ਸੋਹਣਾ ਨਾਮ ਦਾ ਮਲਾ ਬੈਠਾ ਹੈ। ਇਹ ਹਰਮੰਦਰ ਸਾਹਿਬ ਇੱਕ ਜਹਾਜ਼ ਦੀ ਤਰ੍ਹਾਂ ਹੈ। ਜੇ ਦੂਰੋਂ ਖਲੋ ਕੇ ਦੇਖੀਏ ਨਾ ਤੇ ਬਿਲਕੁਲ ਗੁਰੂ ਸਾਹਿਬ ਜੀ ਨੇ ਨਕਸ਼ਾ ਵੈਸਾ ਹੀ ਬਣਾਇਆ ਜਿਸ ਤਰ੍ਹਾਂ ਜਹਾਜ਼ ਬਣਿਆ ਹੋਵੇ। ਕਿਉਂਕਿ ਸਮੁੰਦਰ ਦੇ ਵਿੱਚ ਜਹਾਜ਼ ਖੜਾ ਹੁੰਦਾ ਹੈ ਤੇ ਜਹਾਜ਼ ਪੁਲ ਦੇ ਰਸਤਿਓਂ ਆਪਾਂ ਜਹਾਜ਼ ਦਾ ਇੱਕ ਰਸਤਾ ਬਣਿਆ ਹੁੰਦਾ ਹੈ ਤੇ ਉਹਦੇ ਤੇ ਜਾ ਕੇ ਸਵਾਰ ਹੋਈਦਾ। ਫਿਰ ਵਿੱਚ ਬੈਠ ਜਾਈਦਾ ਜਹਾਜ਼ ਤੇ ਜਿਹੜਾ ਜਹਾਜ਼ ਵਿੱਚ ਬੈਠ ਜਾਂਦਾ ਹੈ ਉਹ ਭਾਵੇਂ ਜਾਗਦਾ ਹੈ ਭਾਵੇਂ ਸੁੱਤਾ ਹੈ, ਜਹਾਜ਼ ਉਸ ਨੂੰ ਜ਼ਰੂਰ ਸਮੁੰਦਰ ਤੋਂ ਪਾਰ ਲਾਉਂਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਕਿਹਾ ਤੂੰ ਸੰਗਤ ਕਰ, ਸੰਗਤ ਵਿੱਚ ਆ। ਮਨ ਸੁੱਤਾ ਹੈ ਜਾਗਦਾ ਹੈ ਇਹ ਬਾਅਦ ਦੀ ਗੱਲ ਹੈ, ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਸੁੱਤਾ ਮਨ ਵੀ ਜਾਗ ਪੈਂਦਾ। ਇਸ ਲਈ ਇਸ ਦੀ ਬਣਤਰ ਜਹਾਜ਼ ਵਰਗੀ ਹੈ। ਤੇ ਮਹਾਰਾਜ ਕਹਿੰਦੇ ਵਿੱਚ ਮਲਾਹ ਕੌਣ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵਿੱਚ ਮਲਾਹ ਹੈ। ਸੰਗਤ ਜੀ, ਜੇ ਇੰਨਾ ਵੱਡਾ ਮਲਾਹ ਸਾਨੂੰ ਗੁਰੂ ਸਾਹਿਬ ਨੇ ਤਰਸ ਕਰਕੇ ਤਰੁੱਠ ਕੇ ਦਿੱਤਾ ਹੋਵੇ ਨਾ ਤੇ ਫਿਰ ਇਹੋ ਹੀ ਕਵਾਂਗੇ ਕਿ ਭਾਗਾਂ ਤੋਂ ਹੀਣੇ ਨੇ ਉਹ ਲੋਕ ਜਿਹੜੇ ਏਡੇ ਵੱਡੇ ਜਹਾਜ਼ ਦੀ ਮਹਾਨਤਾ ਨੂੰ ਸਮਝ ਨਾ ਸਕੇ। ਤੇ ਇਹ ਕਹਿੰਦੇ ਨੇ
ਕਿ ਹਰਮੰਦਰ ਕੱਲੀ ਇੱਕ ਇੱਟਾਂ ਦੀ ਇਮਾਰਤ ਕਹਿ ਲਓ ਕਿ ਜੀ ਇਹਦੇ ਤੇ ਸੋਨਾ ਲੱਗਾ ਹੈ ਤਾਂ ਲੋਕ ਦੇਖਣ ਆਉਂਦੇ ਨੇ, ਇਹ ਨਹੀਂ। ਚਲੋ ਹੋ ਸਕਦਾ ਹੈ ਕਿ ਕੁਝ ਲੋਕ ਇਸ ਤਰ੍ਹਾਂ ਵੀ ਦੇਖਣ ਵਾਸਤੇ ਵੀ ਆਉਂਦੇ ਹੋਣ, ਪਰ ਹਰਮੰਦਰ ਸਾਹਿਬ ਦੀ ਮਹਾਨਤਾ ਸਿੱਖ ਸਮਝਦਾ ਹੈ। ਤਾਂ ਕਰਕੇ ਸਾਡੇ ਵੱਡ ਵਡੇਰਿਆਂ ਨੇ ਇਹ ਸ਼ਬਦ ਅਗਾਊਂ ਅਰਦਾਸ ਵਿੱਚ ਸ਼ਾਮਲ ਕੀਤੇ, ਕਿਤੇ ਸਾਡੀਆਂ ਮੰਗਾਂ ਵਿੱਚ ਇਹ ਨਾ ਰਹਿ ਜਾਵੇ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ। ਇਹ ਹਰ ਸਿੱਖ ਹਰ ਰੋਜ਼ ਅਰਦਾਸ ਵਿੱਚ ਇਹਦੀ ਮੰਗ ਕਰਦਾ ਹੈ। ਇਸ ਲਈ ਮਹਾਨਤਾ ਹੈ ਤਾਂ ਇਹਦੀ ਮੰਗ ਹਰੇਕ ਸਿੱਖ ਭਾਵੇਂ ਦੇਸ਼ ਵਿੱਚ ਆ ਭਾਵੇਂ ਵਿਦੇਸ਼ ਵਿੱਚ ਬੈਠਾ ਹੈ, ਉਹ ਤਰਸਦਾ ਹੈ ਕਿ ਦਾਤਾ ਜੀ ਕਿਰਪਾ ਕਰੋ ਸਾਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਤੋਂ ਦੂਰ ਨਾ ਕਰਿਓ। ਭਾਵੇਂ ਜਦੋਂ ਸਮਾਂ ਮਿਲੇ ਤੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ, ਫਿਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੀਆਂ ਨੇ। ਮਹਾਰਾਜ ਕਹਿੰਦੇ ਵੱਡਾ ਤੀਰਥ ਹੈ ਇਹ ਹਰਿਮੰਦਰ ਸਾਹਿਬ, ਇੱਕ ਜਹਾਜ਼ ਹੈ। ਹਰਿਮੰਦਰ ਸਾਹਿਬ ਦੇ ਅੰਦਰ ਜਿਹੜਾ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਇਹ ਮਲਾਹ ਹਨ। ਸ਼ਿਵ ਸਿਰ ਤੇ ਗਿਰ ਗੰਗ ਪ੍ਰਵਾਹੂ। ਜਿਸ ਤਰ੍ਹਾਂ ਮੰਨਿਆ ਜਾਂਦਾ ਹੈ ਸਨਾਤਨ ਮਤ ਵਿੱਚ ਕਿ ਸ਼ਿਵ ਦੇ ਸਿਰ ਤੋਂ ਗੰਗਾ ਪ੍ਰਗਟ ਹੋਈ ਹੈ, ਮਿਲੇ ਪਚਾਵਤ ਸਾਗਰ ਮਾਹੂ। ਤੇ ਉਹ ਸਾਰੀ ਗੰਗਾ ਜਿਹੜੀ ਹੈ ਫਿਰ ਸਮੁੰਦਰ ਵਿੱਚ ਜਾ ਮਿਲਦੀ ਹੈ। ਤਿਮ ਗੁਰ ਮੁਖ ਤੇ ਨਿਕਸੇ ਬਾਣੀ। ਇਸ ਤਰ੍ਹਾਂ ਇਹ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਇਹ ਗੁਰੂ ਸਾਹਿਬਾਨਾਂ ਦੇ ਮੁਖਾਰ ਬਿੰਦ ਤੋਂ ਪ੍ਰਗਟ ਹੋਈ ਹੈ। ਪਠੇ ਵਿਚਾਰ ਕਮਾਏ ਜੋ ਪ੍ਰਾਨੀ। ਜਿਹੜਾ ਪ੍ਰਾਣੀ ਇਸ ਬਾਣੀ ਨੂੰ ਭਾਵਨਾ ਨਾਲ ਪੜ੍ਹੇਗਾ, ਪੜ੍ਹ ਕੇ ਫਿਰ ਇਹਦੀ ਵਿਚਾਰ ਕਰੇਗਾ, ਸੋ ਪ੍ਰਭ ਕੇ ਪਗ ਸੰਗ ਮਿਲਾਵਤ। ਮਹਾਰਾਜ ਕਹਿੰਦੇ ਬਾਣੀ ਉਹਨਾਂ ਪ੍ਰਾਣੀਆਂ ਨੂੰ ਪਰਮਾਤਮਾ ਦੇ ਨਾਲ ਮਿਲਾਵੇਗੀ। ਜਿਸ ਤਰ੍ਹਾਂ ਸਨਾਤਨ ਮਤ ਵਾਲੇ ਵੀਰ ਮੰਨਦੇ ਨੇ ਕਿ ਸ਼ਿਵ ਦੇ ਸਿਰ 'ਚੋਂ ਗੰਗਾ ਪ੍ਰਗਟ ਹੋਈ ਤੇ ਫਿਰ ਉਹ ਗੰਗਾ ਦਾ ਪਾਣੀ ਜਿਹੜਾ ਜਲ ਹੈ ਸਾਗਰ ਸਮੁੰਦਰ ਵਿੱਚ ਜਾ ਮਿਲਦਾ ਹੈ। ਇਸੇ ਤਰ੍ਹਾਂ ਇਹ ਬਾਣੀ ਗੁਰੂ ਸਾਹਿਬਾਨਾਂ ਦੇ ਮੁਖ 'ਚੋਂ ਪ੍ਰਗਟ ਹੋਈ। ਜਿਹੜਾ ਪ੍ਰਾਣੀ ਇਸ ਬਾਣੀ ਨੂੰ ਪੜ੍ਹੇਗਾ ਫਿਰ ਇਹਦੀ ਵਿਚਾਰ ਕਰੇਗਾ, ਉਹ ਪ੍ਰਾਣੀ ਬਾਣੀ ਦੇ ਨਾਲ ਜੁੜ ਕੇ ਪਰਮਾਤਮਾ ਵਿੱਚ ਜਾ ਮਿਲੇਗਾ। ਬਹੁਰ ਬ੍ਰਹਮ ਮੈਂ ਮਿਲਬੋ ਪਾਵਤ। ਫਿਰ ਪਰਮਾਤਮਾ ਦੇ ਨਾਲ ਮਿਲ ਕੇ ਉਹ ਜੀਵ ਪਾਵਤ ਪਵਿੱਤਰ ਹੋ ਜਾਵੇਗਾ। ਦੋਨੋਂ ਤੀਰਥ ਇਹਾਂ ਵਿਸਾਲੇ। ਮਹਾਰਾਜ ਕਹਿੰਦੇ ਦੋਵੇਂ ਹੀ ਇਹ ਤੀਰਥ ਇੱਥੇ ਮਹਾਨ ਨੇ। ਦੋ ਤੀਰਥ ਕਿਹੜੇ? ਇੱਕ ਤਾਂ ਪਾਵਨ ਸਰੋਵਰ, ਇੱਕ ਪਾਵਨ ਸਰੋਵਰ ਦੇ ਅੰਦਰ ਸ਼੍ਰੀ ਹਰਿਮੰਦਰ ਸਾਹਿਬ। ਮਹਾਰਾਜ ਕਹਿੰਦੇ ਦੋਨੋਂ ਹੀ ਤੀਰਥ ਜਿਹੜੇ ਨੇ ਪਾਵਨ ਪਵਿੱਤਰ ਹਨ। ਜਨ ਕੋ ਕਰਹਿ ਨਿਹਾਲ ਸੁਖਾਲੇ। ਤੇ ਜਿਹੜੇ ਜੀਵ ਦਾਸ ਬਣ ਕੇ ਸੇਵਕ ਬਣ ਕੇ ਆਉਂਦੇ ਨੇ ਉਹਨਾਂ ਨੂੰ ਇਹ ਤੀਰਥ ਸੁਖਾਲੇ ਕਰ ਦਿੰਦੇ ਨੇ, ਨਿਹਾਲ ਕਰਦੇ ਹਨ। ਵਿਸ਼ਨ ਰੂਪ ਬਨ ਪੁਰਖ ਅਕਾਲ। ਜਿਸ ਤਰ੍ਹਾਂ ਅਕਾਲ ਪੁਰਖ ਜੀ ਮੰਨਿਆ ਜਾਂਦਾ ਹੈ ਕਿ ਪ੍ਰਮਾਤਮਾ ਤੋਂ ਹੀ ਵਿਸ਼ਨੂੰ ਅੱਗੇ ਪ੍ਰਗਟ ਹੋਏ, ਉਹਨਾਂ ਦੇ ਭੇਜੇ ਅਵਤਾਰ ਸਨ। ਕਰੇ ਸਵਾਸ ਤੇ ਵੇਦ ਵਿਸਾਲ। ਫਿਰ ਵਿਸ਼ਨੂੰ ਦੇ ਸਵਾਸਾਂ ਤੋਂ ਵੇਦ ਜਿਹੜੇ ਨੇ ਉਹ ਉਤਪਤ ਹੋਏ ਹਨ। ਦਵਾਦਸ਼ ਮਹਾਵਾਕ ਕੋ ਪਾਏ। ਤੇ ਉਸ ਦੇ 12 ਮਹਾਵਾਕ ਜਿਹੜੇ ਉਹ ਮੰਨੇ ਜਾਂਦੇ ਨੇ, 4 ਮੁੱਖ ਨੇ ਤੇ ਸਾਰਿਆਂ ਦੇ ਫਿਰ 3-3 ਲਾਈਏ ਤੇ 12 ਜਿਹੜੇ ਨੇ ਉਹ ਵੇਦਾਂ ਦੇ ਵਾਕ ਬਣਦੇ ਹਨ। ਸੋ ਵੱਖਰੇ ਵੱਖਰੇ ਹਨ। ਇਹ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ ਜੀ ਤੋਂ ਪ੍ਰਗਟ ਹੋਏ ਪ੍ਰਮਾਤਮਾ ਵਾਹਿਗੁਰੂ ਨੇ ਪ੍ਰਗਟ ਕੀਤੇ ਅਵਤਾਰ ਵਿਸ਼ਨੂੰ, ਤੇ ਵਿਸ਼ਨੂੰ ਦੇ ਸਵਾਸ ਮੰਨੇ ਗਏ ਨੇ ਵੇਦ। ਰਚਨਾ ਭਾਵੇਂ ਬ੍ਰਹਮਾ ਜੀ ਨੇ ਕੀਤੀ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਵੇਦ ਸਨ ਵਿਸ਼ਨੂੰ ਦੇ ਸਵਾਸ ਮੰਨੇ ਨੇ। ਫਿਰ ਇਹਦੇ 12 ਮਹਾਵਾਕ ਹਨ। ਕਮਲਾਸਨ ਵਿਸਤਾਰ ਉਪਾਏ। ਫਿਰ ਕਮਲ ਦੇ ਉੱਤੇ ਬੈਠ ਕਰਕੇ ਬ੍ਰਹਮਾ ਨੇ ਇਹ ਵੇਦ ਪ੍ਰਗਟ ਕੀਤੇ। ਸਵਾਸ ਸਨਾਤਨ ਮਤ ਮੰਨਦਾ ਹੈ ਕਿ ਵਿਸ਼ਨੂੰ ਦੇ ਨੇ ਤੇ ਪ੍ਰਗਟ ਇਸ ਨੂੰ ਬ੍ਰਹਮਾ ਜੀ ਨੇ ਕੀਤਾ ਹੈ। ਬਹੁਰ ਬਿਆਸ ਨੇ ਬਹੁ ਵਿਸਤਾਰੇ। ਫਿਰ ਬਿਆਸ ਜੀ ਨੇ ਇਹਦਾ ਅੱਗੇ ਵਿਸਥਾਰ ਕੀਤਾ ਹੈ। ਅੱਗੇ ਵੇਦਾਂ ਦਾ ਜਿਹੜਾ ਵਿਸਥਾਰ ਹੈ ਉਪਨਿਸ਼ਦ, ਇਸੇ ਤਰ੍ਹਾਂ ਜਿਹੜੇ ਪੁਰਾਣ ਬਣੇ ਹਨ ਇਹ ਵੇਦਾਂ ਦਾ ਹੀ ਅੱਗੇ ਵਿਸਥਾਰ ਕੀਤਾ ਗਿਆ। ਹਾਂਜੀ, ਜੋ ਪਰ ਵਿਰਤ ਭਏ ਜਗ ਸਾਰੇ। ਮਹਾਰਾਜ ਜਿਹੜੇ ਵੇਦ ਫਿਰ ਜਗਤ ਵਿੱਚ ਪ੍ਰਗਟ ਹੋਏ ਸਨ, ਤਿਸੀ ਅਕਾਲ ਪੁਰਖ ਤਨ ਥੀਏ। ਮਹਾਰਾਜ ਕਹਿੰਦੇ ਉਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣਾ ਤਨ ਧਾਰਿਆ। ਕਿਹੜਾ ਤਨ ਧਾਰਿਆ? ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ। ਚਲੋ ਜਦੋਂ ਸਮਾਂ ਵੇਦਾਂ ਦਾ ਸੀ ਉਦੋਂ ਵੇਦ ਪ੍ਰਗਟ ਕੀਤੇ, ਉਹ ਕਰਨ ਵਾਲਾ ਵੀ ਪਰਮਾਤਮਾ ਆਪ ਹੀ ਹੈ, ਕਿਉਂਕਿ ਉਹਦੇ ਭੇਜੇ ਹੋਏ ਅਵਤਾਰ ਸਨ। ਤੇ ਉਹਨਾਂ ਅਵਤਾਰਾਂ ਨੇ ਜਦੋਂ ਲੋੜ ਦੇਖੀ ਤੇ ਫਿਰ ਵੇਦਾਂ ਨੂੰ ਪ੍ਰਗਟ ਕੀਤਾ, ਕਿਉਂਕਿ ਇਸੇ ਲਈ ਕਿਸੇ ਮਤ ਨੂੰ ਗੁਰੂ ਸਾਹਿਬ ਨੇ ਕਿਸੇ ਦੇ ਗ੍ਰੰਥ ਨੂੰ ਕਹਿ ਲਓ ਖੰਡਨ ਨਹੀਂ ਕੀਤਾ। ਕਿਉਂ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗਾਲੀ ਹੋਛੀਆਂ।
ਪਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਜਿਸ ਦੀ ਲੋੜ ਹੋਵੇ ਨਾ, ਉਹਦੀ ਵਰਤੋਂ ਉਦੋਂ ਹੁੰਦੀ ਹੈ। ਉਦੋਂ ਵੇਦਾਂ ਦਾ ਸਮਾਂ ਸੀ, ਪਰ ਹੁਣ ਜਦੋਂ ਕਲਯੁਗ ਦਾ ਭਿਆਨਕ ਸਮਾਂ ਆਇਆ ਤੇ ਫਿਰ ਜੀਵਾਂ ਨੇ ਤਰ੍ਹਾਂ ਤਰ੍ਹਾਂ ਕਰਕੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ। ਧਰਤੀ ਨੇ ਵੀ ਪੁਕਾਰ ਕੀਤੀ, ਸਤਜੁਗ ਮੈਂ ਚਾਰੋਂ ਚਰਨ, ਤ੍ਰੇਤੇ ਤੀਨ ਰਹਾਏ, ਦੁਆਪਰ ਮੈਂ ਦੋ ਰਹੇ, ਕਾਲ ਇੱਕ ਚਰਨ ਟਿਕਾਏ। ਸਤਜੁਗ ਵਿੱਚ 4 ਪੈਰ ਸਨ, ਤ੍ਰੇਤੇ ਵਿੱਚ 3, ਦੁਆਪਰ ਵਿੱਚ 2 ਤੇ ਕਲਯੁਗ 'ਚ 1 ਹੀ ਰਹਿ ਗਏ। ਉਹ 4 ਪੈਰ ਸਨ, ਸੱਚ, ਸੋਚ, ਤਪ ਤੇ ਦਾਨ। ਪਹਿਲਾਂ ਸੱਚ ਗਿਆ, ਫਿਰ ਸੋਚ ਗਿਆ, ਤਪ ਗਿਆ। ਕਲਯੁਗ ਦਾ ਸਮਾਂ ਕੇਵਲ ਲੋਕ ਚਾਹੁੰਦੇ ਨੇ ਦਾਨ ਪੁੰਨ ਕਰਕੇ ਬਚ ਜਾਈਏ। ਕੱਲ ਇੱਕ ਚਰਨ ਟਿਕਾਏ, ਫਿਰ ਬੇਨਤੀ ਕੀਤੀ, ਧਰਤੀ ਨੇ ਇੱਕ ਚਰਨ ਤੇ ਟਿਕਾ ਨਾ ਜਾਈ। ਹੁਣ ਮੈਂ ਇੱਕ ਪੈਰ ਤੇ ਕਿੱਥੇ ਖਲੋ ਸਕਦੀ ਹਾਂ? ਵਾਹਿਗੁਰੂ ਜੀ, ਥਿਰ ਹੋਵੋ ਕੋ ਅਵਲੰਬ ਪਾਈ, ਮੈਂ ਟਿਕ ਜਾਵਾਂ, ਮੈਨੂੰ ਕੋਈ ਆਸਰਾ ਦੇਵੋ। ਫਿਰ ਇੱਕ ਓਂਕਾਰ ਬਿਨੈ ਸੁਨ ਲੀਜੈ, ਇਹ ਪਰਮਾਤਮਾ ਵਾਹਿਗੁਰੂ ਮੇਰੀ ਬੇਨਤੀ ਸੁਣੋ, ਮੈਨੂੰ ਕੋਈ ਆਸਰਾ ਦੇਵੋ। ਤੇ ਫਿਰ ਜਦੋਂ ਬੇਨਤੀ ਸੁਣੀ ਤੇ ਫਿਰ ਪਰਮਾਤਮਾ ਵਾਹਿਗੁਰੂ ਜੀ ਨੇ ਕਿਹਾ ਅਵਤਾਰ ਭੇਜੀਏ। ਕਹਿਣ ਲੱਗੀ ਨਹੀਂ, ਹੁਣ ਕਿਸੇ ਅਵਤਾਰ ਦੇ ਨਾਲ ਗੱਲ ਨਹੀਂ ਬਣਨੀ, ਕਿਰਪਾ ਕਰੋ ਤੁਸੀਂ ਆਪ ਮੁਬਾਰਕ ਚਰਨ ਪਾਓ। ਫਿਰ ਧਰਤੀ ਦੀ ਪੁਕਾਰ ਸੁਣੀ, ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ, ਸੱਚਾ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਉਹ ਸੱਚੇ ਨੇ। ਕਲਮਲ ਤੋਂ ਭਾਵ ਪਾਪਾਂ ਦੀ ਗ੍ਰਸੀ, ਮੇਦਨੀ ਦਾ ਅਰਥ ਹੈ ਧਰਤੀ ਨੇ ਪੁਕਾਰ ਕੀਤੀ, ਇੱਕ ਲਿਵ ਲਾ ਕੇ, ਇੱਕ ਬਿਰਤੀ ਨੂੰ ਇਕਾਗਰ ਕਰਕੇ ਸੱਚੇ ਪਰਮਾਤਮਾ ਨੇ ਸੁਣਿਆ ਤੇ ਧੀਰਜ ਦਿੱਤਾ। ਧੀਰਜ ਦੇਣ ਤੋਂ ਬਾਅਦ ਫਿਰ ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਫਿਰ ਤਨ ਧਾਰਿਆ। ਕਿਹੜਾ ਤਨ ਧਾਰਿਆ? ਜੋਤ ਰੂਪ ਹਾਰੇ ਆਪ, ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜੁਨ ਪਿੱਖੋਂ ਨੈਣ। ਤਾਂ ਹੀ ਤਾਂ ਭੱਟ ਜੀ ਕਹਿੰਦੇ ਨੇ, ਧਰਨ ਗਗਨ ਨਵ ਖੰਡ ਮੈਂ, ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਭੱਟ ਜੀ ਕਹਿੰਦੇ ਗੁਰੂ ਅਰਜੁਨ ਦੇਵ ਸਾਹਿਬ ਪ੍ਰਤੱਖ ਹਰੀ ਦਾ ਸਰੂਪ ਨੇ। ਫਿਰ ਇੱਕ ਓੰਕਾਰ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਆਪ ਤਨ ਧਾਰਿਆ। ਸੰਤ ਰੂਪ ਸ਼੍ਰੀ ਨਾਨਕ ਤੇ ਭਏ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੰਤ ਰੂਪ ਹੋਏ ਹਨ। ਕਲ ਕੇ ਜੀਵ ਉਧਾਰਨ ਕਾਰਨ, ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਦੇ ਜੀਵਾਂ ਦੇ ਉਧਾਰ ਵਾਸਤੇ ਕਰੇ ਵੇਦ ਤੇ ਸ਼ਬਦ ਉਚਾਰਨ, ਫਿਰ ਮਹਾਰਾਜ ਜੀ ਨੇ ਜੀਵਾਂ ਨੂੰ ਗਿਆਨ ਦੇਣ ਵਾਸਤੇ ਪਾਵਨ ਸ਼ਬਦ ਉਚਾਰਨ ਕੀਤੇ। ਜਿੱਥੇ ਜਿੱਥੇ ਮਹਾਰਾਜ ਗਏ, ਭਾਵੇਂ ਕਿਸੇ ਮਤ ਦਾ ਅਸਥਾਨ ਸੀ, ਜਿੱਥੇ ਗੁਰੂ ਸਾਹਿਬ ਗਏ ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, 4 ਬਰਨ 4 ਮਜ਼ਹਬਾਂ, ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ, ਖਿੰਚੋ ਤਾਨ ਕਰੇਨ ਧੰਗਾਣੇ। ਇਹਨਾਂ ਦੇ 4 ਮਜ਼ਹਬ ਦੇਖੇ, ਪਰ ਆਪਸ ਵਿੱਚ ਇੰਨੀ ਈਰਖਾ ਸੀ, ਇੱਕ ਦੂਜੇ ਨੂੰ ਦੇਖ ਕਰਕੇ ਬਰਦਾਸ਼ਤ ਨਹੀਂ ਸੀ ਕਰਦੇ। ਮਹਾਰਾਜ ਨੇ ਉਹਨਾਂ ਨੂੰ ਪ੍ਰੇਮ ਦੀ ਗੱਲ ਸਿਖਾਈ। ਮਹਾਰਾਜ ਨੇ ਉਹਨਾਂ ਨੂੰ ਕਿਹਾ, ਮਨੁੱਖਾ ਜਨਮ ਬਹੁਤ ਕੀਮਤੀ, ਐਵੇਂ ਇੱਕ ਦੂਜੇ ਨਾਲ ਈਰਖਾ ਕਰਕੇ ਇਹਨੂੰ ਖਰਾਬ ਨਾ ਕਰੋ। ਕੋਈ ਹੋਰ ਕਰਮ ਲੇਖੇ ਵਿੱਚ ਨਹੀਂ ਪੈਣਾ। ਜੇ ਲੇਖੇ ਵਿੱਚ ਪੈਣਾ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾ। ਤੇ ਹੁਣ ਆਪਾਂ ਆਪਣੇ ਵੱਲ ਹਾਲਤ ਵੇਖੀਏ ਤੇ ਕਿੰਨੇ ਜ਼ਿਆਦਾ ਮਤ ਸਾਨੂੰ ਵੀ ਦਿਸਦੇ ਹਨ ਆਪਣੇ ਵਿੱਚ। ਇਹ ਤਾਂ ਮਿਸਲਾਂ ਬਣੀਆਂ, ਸੰਪਰਦਾਵਾਂ ਬਣੀਆਂ ਕਿ ਸਾਰੇ ਸਿੱਖੀ ਦਾ ਮਿਲ ਕੇ ਪ੍ਰਚਾਰ ਕਰ ਸਕੀਏ। ਇਸ ਕਰਕੇ ਨਹੀਂ ਸੀ ਕਿ ਇੱਕ ਦੂਜੇ ਦੇ ਨਾਲ ਨਫ਼ਰਤ ਕਰੀਏ, ਇੱਕ ਦੂਜੇ ਦਾ ਪਹਿਰਾਵਾ ਵੇਖ ਕਰਕੇ ਬਰਦਾਸ਼ਤ ਨਾ ਕਰੀਏ, ਇਹ ਕਹੀਏ ਕਿ ਮੈਂ ਸਹੀ ਹਾਂ ਤੇ ਤੂੰ ਗਲਤ ਹਾਂ। ਇੰਨਾ ਸਮਾਂ ਨਹੀਂ ਹੈ, ਸਮਾਂ ਬਹੁਤ ਸੀਮਤ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣ। ਤੇ ਫਿਰ ਜਿਹੜਾ ਕੰਮ ਕਰਨ ਵਾਸਤੇ ਆਏ ਹੋਈਏ ਨਾ, ਉਹ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਤੇ ਮੁੱਖ ਕਰਮ ਸਾਡਾ ਇਹੋ ਹੀ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾ। ਕੇਵਲ ਨਾਮ ਜਪਣ ਵਾਸਤੇ ਆਏ ਹਾਂ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਯੁਗੀ ਜੀਵਾਂ ਵੱਲ ਦੇਖਿਆ, ਮਹਾਰਾਜ ਨੇ ਤਰਸ ਕੀਤਾ ਅਤੇ ਫਿਰ ਉਪਦੇਸ਼ ਦੇਣ ਵਾਸਤੇ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰੇ। ਜਿੰਨੀ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਹੈ, ਇਹ ਸਤਿਗੁਰਾਂ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ ਹੈ ਨਾਮ ਜਪਣ ਦਾ। ਸਮਝਹਿ ਨਾਰ ਮਤ ਮੰਦ ਸੁਖਾਰੇ, ਫਿਰ ਇਸ ਤਰ੍ਹਾਂ ਮਹਾਰਾਜ ਜੀ ਨੇ ਸੁਖੈਨ ਬਾਣੀ ਉਚਾਰਨ ਕੀਤੀ ਆਮ ਲੋਕਾਂ ਦੀ ਭਾਸ਼ਾ ਵਿੱਚ, ਕਿ ਆਮ ਲੋਕ ਵੀ ਸਮਝ ਸਕਣ।
ਜਿੱਥੇ ਵੀ ਮਹਾਰਾਜ ਗਏ ਤੇ ਮਹਾਰਾਜ ਨੇ ਬੜੇ ਸੁਖੈਨ ਸ਼ਬਦਾਂ ਦੇ ਵਿੱਚ ਇਹ ਉਪਦੇਸ਼ ਦਿੱਤਾ ਹੈ। ਇਹ ਸ਼ਬਦ, ਇਹ ਆਮ ਬੋਲੀ, ਆਮ ਭਾਸ਼ਾ ਸਾਰਿਆਂ ਦੇ ਸਮਝ ਵਿੱਚ ਆ ਜਾਵੇ। ਕਰ ਉਪਦੇਸ਼ ਕਰੋ ਰਹੁ ਤਾਰੇ। ਫਿਰ ਸਤਿਗੁਰੂ ਜੀ ਨੇ ਉਪਦੇਸ਼ ਦੇ ਕੇ ਕਰੋੜਾਂ ਦਾ ਉਧਾਰ ਕਰ ਦਿੱਤਾ। ਇਹ ਕਵੀ ਲਿਖਦਾ ਹੈ, ਤਾਰੇ ਗਿਨੇ ਜਾਤ ਹੈ ਤੇਰੇ ਤਾਰੇ ਨਾ ਗਿਨਾਤ ਹੈ। ਆਕਾਸ਼ ਅਸਮਾਨ ਦੇ ਤਾਰੇ ਕੌਣ ਗਿਣ ਸਕਦਾ ਹੈ? ਪਰ ਹੋ ਸਕਦਾ ਹੈ ਕਿ ਸਾਇੰਸ ਇੰਨੀ ਤਰੱਕੀ ਕਰੇ ਆਉਣ ਵਾਲੇ ਸਮੇਂ 'ਚ ਕਿਤੇ ਗਿਣ ਲਵੇ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਤੁਸੀਂ ਤਾਰ ਦਿੱਤਾ ਨਾ ਭਵ ਸਾਗਰ ਤੋਂ, ਜਿਹੜੇ ਤੁਹਾਡੀ ਬਾਣੀ ਦਾ ਲੜ ਫੜ ਕੇ ਅੱਜ ਵੀ ਤਰ ਰਹੇ ਨੇ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦੇ ਕੇ ਕਰੋੜਾਂ ਦਾ ਉਧਾਰ ਕੀਤਾ, ਅਨੇਕਾਂ ਨੂੰ ਭਵ ਸਾਗਰ ਤੋਂ ਪਾਰ ਕੀਤਾ। ਸੰਜਮ ਸੋ ਆਹਾਰ ਨਿਤ ਕਰਬੇ। ਫਿਰ ਗੁਰਦੇਵ ਨੇ ਉਪਦੇਸ਼ ਦਿੱਤਾ ਹੈ ਕਿ ਸੰਜਮ ਸੋ ਆਹਾਰ ਨਿਤ ਕਰਬੇ, ਕਿ ਸੰਜਮ ਦੇ ਨਾਲ ਆਹਾਰ ਭੋਜਨ ਕਰਨਾ ਹੈ, ਸੰਜਮ ਰੱਖ ਕੇ। ਇਹਨਾਂ ਨੂੰ ਸਵਾਲ ਇਹ ਕੀਤਾ ਸੀ ਕਿ ਅਸੀਂ ਵਰਤ ਰੱਖਦੇ, ਤੁਸੀਂ ਵਰਤ ਨਹੀਂ ਰੱਖਦੇ, ਛੱਡ ਦਿੱਤਾ, ਤੁਸੀਂ ਭ੍ਰਿਸ਼ਟੇ ਗਏ ਹੋ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਾ, ਮਹਾਰਾਜ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ, ਸ਼ਬਦ ਉਚਾਰੇ, ਫਿਰ ਇਹ ਉਪਦੇਸ਼ ਦਿੱਤਾ ਕਿ ਸੰਜਮ ਦੇ ਨਾਲ ਆਹਾਰ ਕਰਨਾ। ਇਹੋ ਹੀ ਸਿੱਖਾਂ ਲਈ ਵਰਤ ਹੈ ਕਿ ਸੰਜਮ ਦੇ ਨਾਲ ਭੋਜਨ ਛਕਦਾ ਹੈ। ਇਹ ਨਹੀਂ ਕਿ ਪਹਿਲਾਂ ਭੋਜਨ ਦਾ ਨਿਰਾਦਰ ਕੀਤਾ, ਇੰਨਾ ਸਮਾਂ ਛਕਣਾ ਹੀ ਨਹੀਂ, ਤੇ ਫਿਰ ਜਦੋਂ ਖਾਣ ਲੱਗੇ ਤੇ ਬੇਮਰਿਆਦਾ ਜਿੰਨਾ ਮਰਜ਼ੀ ਖਾਈ ਜਾਓ, ਤੇ ਖਾਣ ਤੋਂ ਬਾਅਦ ਭਾਵੇਂ ਸਰੀਰ ਨੂੰ ਕੋਈ ਰੋਗ ਹੀ ਲੱਗ ਜਾਏ। ਇਸ ਤਰ੍ਹਾਂ ਨਹੀਂ, ਮਹਾਰਾਜ ਨੇ ਉਪਦੇਸ਼ ਦਿੱਤਾ, ਅਲਪਹਾਰ ਸੁਲਪ ਸੀ ਨਿੰਦਰਾ, ਥੋੜਾ ਖਾਵਣਾ, ਥੋੜਾ ਖਾਵੇ, ਥੋੜਾ ਹੀ ਸੌਵੇਂ। ਇਸ ਲਈ ਸੰਜਮ ਦੇ ਨਾਲ ਭੋਜਨ ਕਰਨ ਦਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ। ਇਹੋ ਇਕਾਦਸ਼ੀ ਸਿੱਖ ਬ੍ਰਤ ਧਰਬੇ। ਪਾਤਸ਼ਾਹ ਕਹਿੰਦੇ ਇਹੋ ਆਕਾਸ਼ ਇਕਾਦਸ਼ੀ ਦਾ ਵਰਤ ਸਿੱਖ ਸਦਾ ਹੀ ਰੱਖਦੇ ਨੇ। ਤੁਸੀਂ ਤਾਂ ਰੱਖਦੇ ਹੋ ਜਦੋਂ ਆਹ ਦਿਨ ਆਉਂਦਾ ਹੈ ਇਕਾਦਸ਼ੀ ਦਾ, ਉਦੋਂ ਵਰਤ ਰੱਖਦੇ ਹੋ ਨਾ। ਤੇ ਮਹਾਰਾਜ ਕਹਿੰਦੇ ਸਿੱਖ ਤਾਂ ਸਦਾ ਹੀ ਸੰਜਮ ਦੇ ਵਿੱਚ ਭੋਜਨ ਕਰਦੇ ਨੇ। ਇਸ ਲਈ ਸਿੱਖਾਂ ਦਾ ਸਦਾ ਹੀ ਵਰਤ ਹੈ। 15 ਦਿਵਸਨ ਮਹਿ ਸੋ ਆਵੈ। ਫਿਰ ਤੁਹਾਡਾ ਇਹ ਵਰਤ ਜਿਹੜਾ ਇਹ 15 ਦਿਨਾਂ ਬਾਅਦ ਆਉਂਦਾ ਹੈ। ਸੋ ਸਿੱਖਨ ਕੋ ਨਿਤ ਪ੍ਰਤ ਭਾਵੈ। ਪਰ ਜਿਹੜੇ ਸਿੱਖ ਹਨ ਉਹ ਵਰਤ ਸਦਾ ਹੀ ਰੱਖਦੇ ਹਨ, ਸਦਾ ਹੀ ਇਹ ਸੰਜਮ ਦੇ ਵਿੱਚ ਭੋਜਨ ਕਰਦੇ ਨੇ, ਇਹ ਨੇਮ ਸਦਾ ਰੱਖਦੇ ਹਨ। ਜਿਹੜੇ ਕਰਮ ਤੁਸੀਂ ਕਦੇ ਕਦੇ ਕਰਦੇ ਹੋ, ਸਿੱਖ ਦਾ ਤੇ ਨੇਮ ਹਰ ਰੋਜ਼ ਦਾ ਹੈ। ਸ਼੍ਰੀ ਨਾਮਦੇਵ ਵਾਕ ਜੀ, ਰਾਮ ਸੰਗ ਨਾਮਦੇਵ। ਇਹ ਪਾਵਨ ਬਚਨ ਭਗਤ ਨਾਮਦੇਵ ਜੀ ਦੇ ਬਾਣੀ ਅੰਦਰ ਪੜ੍ਹਦੇ ਹਾਂ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆਈ। ਭਗਤ ਨਾਮਦੇਵ ਜੀ ਨੇ ਪ੍ਰਮਾਤਮਾ ਦਾ ਜਿੱਥੇ ਨਾਮ ਦਾ ਪ੍ਰਵਾਹ ਚੱਲ ਰਿਹਾ ਹੈ, ਉਸ ਸੰਗਤ ਨੂੰ ਮਹਾਨਤਾ ਉਹਦੀ ਸਮਝੀ, ਤੇ ਪ੍ਰਮਾਤਮਾ ਦੇ ਸੇਵਕ ਜਿੱਥੇ ਬੈਠ ਕੇ